ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਕਰ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ਼੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਕਰੋ ਕਰ ਬੰਦ। ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਸਨ ਸਦਨ ਤੇ ਅਚਵਕੈ। ਮਿਲੇ ਬਾਲ ਜਹ ਜਾਲ। ਪਦ ਨੂਪਰ ਕਟ ਕਿੰਕਨੀ ਹੋਵਤ ਸ਼ਬਦ ਬਿਸਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ ਚਵਰ ਤਖਤ ਮਾਲਕ। ਦਸਾਂ ਪਾਤਸ਼ਾਹੀਆਂ ਜੀ ਕੇ ਆਤਮਿਕ ਜੋਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤ ਸੰਗੀ ਜਨੋ। ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰਸਿੱਖਾਂ ਦੀ ਰਸਤਾਂ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ। 5 ਸਾਲ ਦੀ ਉਮਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੋਈ ਸਰੀਰ ਕਰਕੇ, ਇੱਕ ਦਿਨ ਕੀ ਹੋਇਆ ਕਿ ਮਾਤਾ ਜੀ ਜਦੋਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਸੁੱਤੇ ਨੇ, ਸਵਾ ਕੁ ਪਹਿਰ ਰਾਤ ਰਹਿੰਦਿਆਂ ਹੋਇਆਂ ਮਾਤਾ ਜੀ ਨੂੰ ਇੱਕ ਸੁਪਨਾ ਹੁੰਦਾ ਹੈ। ਕੀ ਦੇਖਦੀ ਹੈ ਆਪਣੇ ਪੁੱਤਰ ਨੂੰ ਵੀ ਸੋਨੇ ਦੇ ਸਿੰਘਾਸਨ ਤੇ ਬੈਠਿਆ। ਤਮਾਮ ਦੇਵੀ ਦੇਵਤੇ ਔਲੀਏ ਪੀਰ ਪੈਗੰਬਰ ਪਹਿਲੇ ਫੁੱਲਾਂ ਦੀ ਵਰਖਾ ਕਰਦੇ, ਫਿਰ ਚੰਦਨ ਛਿੜਕਦੇ, ਫਿਰ ਹੱਥ ਜੋੜ ਕੇ ਉਸਤਤ ਕਰਦੇ ਕਿ ਮਾਲਕਾ ਤੇਰਾ ਦਰਸ਼ਨ ਦੁਰਲੱਭ ਹੈ। ਇਹ ਬੜੀ ਕਿਰਪਾ ਕੀਤੀ ਕਿ ਤੁਸੀਂ ਗੁਰੂ ਦੇ ਰੂਪ ਦੇ ਵਿੱਚ ਸਾਨੂੰ ਦਰਸ਼ਨ ਦੇ ਰਹੇ ਹੋ। ਸੰਸਾਰ ਦੇ ਵਿੱਚ ਵਧੇ ਹੋਏ ਪਖੰਡ ਨੂੰ ਨਾਸ਼ ਕਰਨ ਦੇ ਲਈ, ਲੁਕਾਈ ਨੂੰ ਸਹੀ ਰਸਤਾ ਸਮਝਾਉਣ ਦੇ ਲਈ, ਨਾਮ ਜਪਾਉਣ ਦੇ ਲਈ, ਭਗਤੀ ਕਰਨ ਦੇ ਲਈ, ਸਤ ਸੰਗਤ ਪ੍ਰਗਟਾਉਣ ਦੇ ਲਈ
ਆਪ ਜੀ ਨੇ ਰੂਪ ਧਾਰਨ ਕੀਤਾ। ਮਾਤਾ ਜੀ ਬੜੇ ਹੈਰਾਨ ਹੁੰਦੇ, ਅੱਖ ਖੁੱਲ੍ਹੀ ਤੇ ਬੜੇ ਹੈਰਾਨ ਹੁੰਦੇ ਵੀ ਇਹ ਸੱਚ ਸੀ ਜਾਂ ਸੁਪਨਾ ਸੀ। ਜਦੋਂ ਕਿ ਚੰਦਨ ਦੀ ਸੁਗੰਧੀ ਹੁਣ ਤੱਕ ਕਮਰੇ ਦੇ ਵਿੱਚੋਂ ਆ ਰਹੀ ਹੈ ਕਿ ਹਰਦਿਆਲ ਪੰਡਤ ਜੀ ਦੀ ਕਹੀ ਹੋਈ ਗੱਲ ਸੱਚੀ ਹੈ ਕਿ ਵਾਕਈ ਮੇਰਾ ਪੁੱਤਰ ਜਿਹੜਾ ਹੈ ਉਹ ਤੇ ਅਵਤਾਰ ਹੈ। ਜਿਉਂ ਹੀ ਭਾਵਨਾ ਬਣੀ, ਸਤਿਗੁਰਾਂ ਜੀ ਨੇ ਨਾਲ ਦੀ ਨਾਲ ਮੋਹ ਦੀ ਕਨਾਤ ਤਾਣੀ। ਕਹਿੰਦੇ ਮਾਤਾ ਭੁੱਖ ਲੱਗੀ, ਛਕਾਓ ਕੁਝ। ਕੰਨ 'ਚ ਆਵਾਜ਼ ਪਈ ਤੇ ਮਾਤਾ ਜੀ ਨੂੰ ਰਾਤ ਵਾਲਾ ਸਾਰਾ ਸੁਪਨਾ ਜਿਹੜਾ ਹੈ ਭੁੱਲ ਗਿਆ। ਫਿਰ ਆਪਣੇ ਪੁੱਤਰ ਨੂੰ ਪਹਿਲਾਂ ਦੀ ਤਰ੍ਹਾਂ ਸਮਝਣ ਲੱਗ ਪਏ। ਇਸ ਤੋਂ ਅੱਗੇ ਕਥਾ ਦੀ ਆਰੰਭਤਾ ਹੁੰਦੀ ਹੈ। ਔਰ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਸਨ ਸਦਨ ਤੇ ਅਚਵਕੈ, ਮਿਲੇ ਬਾਲ ਜਹ ਜਾਲ। ਦਿਨ ਚੜ੍ਹਦੇ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਵਿਹੜੇ 'ਚ ਆ ਜਾਂਦੇ ਨੇ। ਰਾਤ ਨੂੰ ਬਹੁਤ ਦੇਰ ਨਾਲ ਘਰੇ ਜਾਂਦੇ, ਮਾਤਾ ਪਿਤਾ ਧੱਕੇ ਨਾਲ ਲੈ ਕੇ ਜਾਂਦੇ ਤੇ ਦਿਨ ਚੜ੍ਹਦਿਆਂ ਫੇਰ ਖੜੇ ਹੁੰਦੇ, ਹਾਕਾ ਮਾਰਦੇ ਤੇ ਗੁਰੂ ਪਾਤਸ਼ਾਹ ਜੀ ਆਪਣਾ ਆਸਣ ਲੈਂਦੇ, ਘਰੋਂ ਚੱਕਦੇ ਤੇ ਫਿਰ ਉਹਨਾਂ ਬੱਚਿਆਂ ਦੇ ਵਿੱਚ ਜਾ ਮਿਲਦੇ ਨੇ। ਜਿਹੜੇ ਬਹੁਤੇ ਬੱਚੇ ਮਿਲਣ ਵਾਸਤੇ ਬਾਹਰ ਆ ਕੇ ਵਿਹੜੇ 'ਚ ਖੜੇ ਹੁੰਦੇ ਹਨ। ਪਦ ਨੂਪਰ ਕਟ ਕਿੰਕਨੀ, ਹੋਵਤ ਸ਼ਬਦ ਵਿਸਾਲ। ਹੁਣ ਪੈਰਾਂ ਦੇ ਵਿੱਚ ਪਾਏ ਹੋਏ ਸਗਲੇ ਹੱਥਾਂ 'ਚ ਉਹ ਛਣਕਦੇ ਨੇ ਜਦੋਂ ਦੌੜੇ ਜਾਂਦੇ ਹਨ। ਚੌਪਈ ਵਿੱਚ ਰਹਿ ਖੇਲਨ ਮਹਿ ਅਨੁਰਾਗੇ, ਮਸਤ ਹੋ ਜਾਂਦੇ ਹਨ ਆਪਣੀ ਖੇਡ ਦੇ ਵਿੱਚ। ਭਾਗੇ ਭਾਗ ਹੈ ਬਾਲ ਸੁਭਾਗੇ। ਤੇ ਜਦੋਂ ਸਤਿਗੁਰੂ ਜੀ ਅੱਗੇ ਅੱਗੇ ਦੌੜਦੇ ਤਾਂ ਸਾਰੇ ਬੱਚੇ ਸਤਿਗੁਰਾਂ ਜੀ ਦੇ ਨਾਲ ਨਾਲ ਦੌੜਦੇ ਨੇ। ਕਿੰਨੇ ਭਾਗਾਂ ਵਾਲੇ ਹਨ ਉਹ ਬੱਚੇ ਜਿਹੜੇ ਸਤਿਗੁਰਾਂ ਜੀ ਦੇ ਨਾਲ ਖੇਡਦੇ ਹਨ। ਥਿਰ ਹੋਵਤ ਤਿਤ ਹੋਵੈ ਸਾਰੇ। ਤੇ ਜੇ ਸਤਿਗੁਰੂ ਜੀ ਖੜ ਜਾਂਦੇ ਹਨ ਤਾਂ ਸਾਰੇ ਬੱਚੇ ਉੱਥੇ ਹੀ ਖੜ ਜਾਂਦੇ ਨੇ, ਨਾਲ ਹੀ ਰੁਕ ਜਾਂਦੇ ਨੇ। ਇੱਕ ਵੀ ਕਦਮ ਕੋਈ ਬੱਚਾ ਅੱਗੇ ਨਹੀਂ ਜਾਂਦਾ। ਸੋ ਭੱਜਦੇ ਤਾਂ ਨਾਲ ਭੱਜਦੇ, ਰੁਕਦੇ ਤਾਂ ਰੁਕ ਜਾਂਦੇ। ਬੈਸ ਹੈ ਬੈਸ ਜਾਏ ਇੱਕ ਬਾਰੇ। ਜੇ ਸਤਿਗੁਰੂ ਜੀ ਬੈਠ ਗਏ ਤਾਂ ਸਾਰੇ ਬੱਚੇ ਨਾਲ ਹੀ ਬੈਠ ਜਾਂਦੇ ਨੇ। ਨਾਨਕ ਆਨਨ ਭਨਹਿ ਕਹਾਣੀ। ਹੁਣ ਸਤਿਗੁਰੂ ਜੀ ਆਨਨ ਭਨਹਿ ਕਹਾਣੀ। ਆਨਨ ਕਹਿੰਦੇ ਨੇ ਮੁਖ ਨੂੰ। ਪਾਤਸ਼ਾਹ ਜੀ ਬਚਪਨ ਦੇ ਵਿੱਚ ਹੀ ਆਪਣੇ ਮੁਖ ਤੋਂ ਕਹਾਣੀ ਸੁਣਾਉਂਦੇ ਨੇ। ਭਗਤ ਬਿਰਾਗ ਵਿਖੈ ਜੋ ਸਾਨੀ। ਜਿਸ ਕਹਾਣੀ ਦਾ ਆਸ਼ਾ ਹੋਇਆ ਕਰਦਾ ਹੈ ਪਰਮਾਤਮਾ ਦੀ ਭਗਤੀ ਕਰਨੀ ਤੇ ਸੰਸਾਰ ਦੇ ਪਦਾਰਥਾਂ ਵੱਲੋਂ ਬੈਰਾਗ ਪੈਦਾ ਹੋਣਾ। ਕਿਉਂਕਿ ਜਦੋਂ ਤੱਕ ਸੱਚਾਈ ਨਹੀਂ ਸਾਹਮਣੇ ਆਉਂਦੀ ਉਦੋਂ ਤੱਕ ਬੈਰਾਗ ਨਹੀਂ ਪੈਦਾ ਹੁੰਦਾ, ਤੇ ਬੈਰਾਗ ਤੋਂ ਬਿਨਾਂ ਭਗਤੀ ਨਹੀਂ ਹੈ। ਭਗਤੀ ਜਦੋਂ ਅਸੀਂ ਭਗਤੀ ਦਾ ਹੁਣ ਅੱਜ ਦੇ ਸਮੇਂ ਦੇ ਵਿੱਚ ਸਰੂਪ ਵੇਖਦੇ ਹਾਂ ਵੀ ਜਿਹੜਾ ਪ੍ਰਚਾਰਿਆ ਜਾ ਰਿਹਾ, ਤੇ ਉੱਥੇ ਆ ਕੇ ਅਸੀਂ ਹੱਥ ਖੜੇ ਕਰਦੇ ਨੇ ਵੀ ਸਾਡੇ ਵਾਸਤੇ ਦਾ ਇਹ ਕੰਮ ਨਹੀਂ ਹੈ, ਇਹ ਅਸੀਂ ਨਹੀਂ ਕਰ ਸਕਦੇ। ਜਦੋਂ ਕਿ ਐਸਾ ਨਹੀਂ ਹੈ, ਕਿਉਂਕਿ ਜੇ ਪ੍ਰਮਾਤਮਾ ਦੀ ਗੱਲ ਕਰੀਏ
ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਪ੍ਰਮਾਤਮਾ ਨੇ ਵੀ ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ। ਜੇ ਗ੍ਰਸਤੀਆਂ ਦੀ ਗੱਲ ਕਰੀਏ ਤਾਂ ਸਾਹਿਬ ਜੀ ਕਹਿੰਦੇ ਸਭ ਤੋਂ ਵੱਡਾ ਗ੍ਰਸਤੀ ਤਾਂ ਤੂੰ ਹੈ। ਗ੍ਰਸਤੀ ਹੈ ਪ੍ਰਮਾਤਮਾ, ਕਿਉਂਕਿ ਸਾਰਾ ਸੰਸਾਰ ਉਹਦਾ ਰਚਿਆ ਹੋਇਆ ਹੈ, ਇਹਦਾ ਮਾਲਕ ਉਹ, ਇਹਦੀ ਸੰਭਾਲ ਕਰ ਰਿਹਾ ਹੈ। ਗ੍ਰਸਤੀ ਕੌਣ ਹੁੰਦਾ ਹੈ? ਜਿਹੜਾ ਪਰਿਵਾਰ ਨੂੰ ਜਨਮ ਦਿੰਦਾ, ਪਰਿਵਾਰ ਨੂੰ ਪਾਲਦਾ, ਪਰਿਵਾਰ ਨੂੰ ਸੰਭਾਲਦਾ, ਇਹ ਹੁੰਦਾ ਗ੍ਰਸਤੀ। ਹੋਰ ਕੀ ਹੁੰਦਾ ਹੈ? ਤੇ ਪ੍ਰਮਾਤਮਾ ਨੇ ਸਾਰੇ ਸੰਸਾਰ ਦੀ ਰਚਨਾ ਰਚੀ, ਚਾਰੇ ਖਾਣੀਆਂ ਉਹਨੇ ਬਣਾਈਆਂ ਤੇ ਚਾਰਾਂ ਨੂੰ ਪਾਲ ਰਿਹਾ, ਚਾਰਾਂ ਦੀ ਸੰਭਾਲ ਕਰ ਰਿਹਾ, ਦੁੱਖ ਸੁੱਖ ਦੇਖ ਰਿਹਾ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਵੀ ਪ੍ਰਮਾਤਮਾ ਜਿਹੜਾ ਹੈ ਗ੍ਰਸਤੀ ਹੈ, ਤੇ ਸਤਿਗੁਰੂ ਜੀ ਗ੍ਰਸਤੀ ਨੇ। ਸਿਰਫ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਬਿਨਾਂ, ਕਿਉਂਕਿ ਉਹ ਛੋਟੀ ਉਮਰ ਵਿੱਚ ਜੋਤੀ ਜੋ ਸਮਾਏ, ਬਾਕੀ 9 ਪਾਤਸ਼ਾਹੀਆਂ ਜਿਹੜੀਆਂ ਨੇ ਉਹ ਗ੍ਰਸਤੀ ਨੇ। ਗੁਰੂ ਨਾਨਕ ਸਾਹਿਬ ਜੀ ਦੇ 2 ਪੁੱਤਰ ਨੇ, ਗੁਰੂ ਅੰਗਦ ਦੇਵ ਜੀ ਦੇ 2 ਪੁੱਤਰ ਨੇ, ਗੁਰੂ ਅਮਰਦਾਸ ਜੀ ਦੇ 2 ਪੁੱਤਰ 2 ਧੀਆਂ, ਗੁਰੂ ਰਾਮਦਾਸ ਜੀ ਦੇ 3 ਪੁੱਤਰ, ਗੁਰੂ ਅਰਜਨ ਦੇਵ ਜੀ ਦੇ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਪੁੱਤਰ 1 ਬੇਟੀ, 7ਵੇਂ ਪਾਤਸ਼ਾਹ ਜੀ ਦੇ 2 ਪੁੱਤਰ, 9ਵੇਂ ਪਾਤਸ਼ਾਹ ਜੀ ਦੇ 2 ਪੁੱਤਰ, 1 ਪੁੱਤਰ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੇ 4 ਪੁੱਤਰ। ਹੁਣ ਪ੍ਰਮਾਤਮਾ ਵੀ ਗ੍ਰਸਤੀ ਹੈ ਤੇ ਗੁਰੂ ਵੀ ਗ੍ਰਸਤੀ ਹੈ, ਤੇ ਫਿਰ ਗੁਰੂ ਦਾ ਸਿੱਖ ਵੀ ਗ੍ਰਸਤੀ ਹੈ। ਹੁਣ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਸਾਡੇ ਹਿੱਸੇ 'ਚ ਭਗਤੀ ਨਹੀਂ ਹੈ? ਜੇ ਇਹ ਅੜਿੱਕਾ ਹੁੰਦਾ ਤੇ ਸਤਿਗੁਰੂ ਜੀ ਫਿਰ ਕਹਿੰਦੇ ਵੀ ਨਾ, ਗ੍ਰਸਤੀਆਂ ਦੇ ਵੱਸ ਦਾ ਕੰਮ ਨਹੀਂ ਹੈ ਵੀ ਇਹ। ਸੋ ਭਗਤੀ ਦਾ ਜਿਹੜਾ ਮਾਰਗ ਹੈ ਉਹ ਨਾ ਤਾਂ ਰਾਖਵਾਂ ਕਿਸੇ ਵਾਸਤੇ, ਨਾ ਕਿਸੇ ਦੇ ਛੱਡਣ ਵਾਲਾ, ਕਿਉਂਕਿ ਭਗਤੀ ਦਾ ਸੰਬੰਧ ਮਨੁੱਖਾ ਸਰੀਰ ਦੇ ਨਾਲ ਹੈ। ਬਈ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹੜਾ ਮਨੁੱਖਾ ਸਰੀਰ ਮਿਲਿਆ ਉਹ ਪ੍ਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਇਸ ਕਰਕੇ ਆਪਾਂ ਇਹ ਮੁਨਕਰ ਨਹੀਂ ਹੋ ਸਕਦੇ ਵੀ ਨਾ ਜੀ ਇਹ ਸਾਡੇ ਕਰਮਾਂ 'ਚ ਕਿੱਥੇ ਹੈ। ਨਹੀਂ ਹੈ, ਐਸਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਵੀ 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਹੁਣ ਇਹ ਜਿਹੜੀ ਦੇਹੀ ਕਹੀ ਹੈ ਇਹ ਮਨੁੱਖਾ ਦੇਹੀ ਕਹੀ ਹੈ। ਆਪਣਾ ਸਰੀਰ ਜਿਹਨੂੰ ਮਿਲਿਆ, ਚਾਹੇ ਉਹ ਇਸਤਰੀ ਦਾ ਹੈ, ਚਾਹੇ ਮਰਦ ਦਾ, ਚਾਹੇ ਖੁਸਰੇ ਦਾ, ਸਰੀਰ ਸਰੀਰ ਹੈ। ਇਹ ਮਿਲਿਆ ਸਾਨੂੰ ਭਗਤੀ ਕਰਨ ਦੇ ਵਾਸਤੇ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਾਹਦੇ ਵਾਸਤੇ ਮਿਲਿਆ? ਫਿਰ ਹਰੇਕ ਦੇ ਅੰਦਰ ਆਪਾਂ ਕਹਿੰਦੇ ਵੀ ਸਾਡੇ ਕਰਮਾਂ 'ਚ ਨਹੀਂ ਹੈ। ਪਹਿਲੀ ਗੱਲ ਤਾਂ ਵੀ ਆਪਾਂ ਨੂੰ ਕਰਮਾਂ ਦਾ ਪਤਾ ਕੀ ਹੈ? ਆਪਾਂ ਕੀ ਜਾਣਦੇ ਹਾਂ ਕਰਮਾਂ ਦਾ? ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ। ਮੈਨੂੰ ਪਤਾ ਹੀ ਨਹੀਂ ਆਪਣੇ ਕਰਮ ਗਤੀ ਦਾ। ਆਪਾਂ ਕਹਿੰਦੇ ਸਾਡੇ ਕਰਮਾਂ 'ਚ ਹੈ ਨਹੀਂ, ਇਹ ਨਹੀਂ ਕਹਿ ਸਕਦੇ ਆਪਾਂ। ਜਿਹੜਾ ਇਹ ਨਿਰਣਾ ਹੈ ਨਾ, ਉਹ ਸਾਡੇ ਸਰੀਰ ਛੱਡਣ ਤੋਂ ਬਾਅਦ ਸਮਾਜ ਨੇ ਕਰਨਾ ਹੁੰਦਾ ਹੈ। ਤੇ ਜਿਉਂਦੇ ਜੀ ਅਸੀਂ ਕੋਸ਼ਿਸ਼ ਕਰਦੇ ਰਹਿਣਾ, ਕੋਸ਼ਿਸ਼ ਕਰਦੇ ਰਹੇ ਤੇ ਆਪਾਂ ਮਰ ਗਏ। ਫਿਰ ਬਾਅਦ 'ਚ ਜਿਹੜਾ ਉਹ ਇਕੱਠ ਹੋਊਗਾ, ਲੋਕੀ ਕਹਿਣਗੇ ਵੀ ਇਹ ਕੰਮ ਕਰਨ ਵਾਸਤੇ ਨੇ ਕੋਸ਼ਿਸ਼ ਬੜੀ ਕੀਤੀ ਪਰ ਇਹਦੇ ਕਰਮਾਂ 'ਚ ਹੈ ਨਹੀਂ ਸੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਾਂ ਨਹੀਂ ਕਹਿਣਾ ਵੀ ਆਪਣੇ ਕਰਮਾਂ 'ਚ ਹੈ ਨਹੀਂ, ਆਪਾਂ ਨੂੰ ਕੀ ਪਤਾ? ਆਪਾਂ ਆਪ ਫੈਸਲਾ ਕਰਕੇ ਬੈਠ ਕੇ ਨਾ ਜੀ ਸਾਡੇ ਕਰਮਾਂ 'ਚ ਹੈ ਨਹੀਂ। ਭਲਿਓ ਹਰੇਕ ਦੇ ਕਰਮਾਂ ਵਿੱਚ ਹੈ, ਪ੍ਰਾਪਤ ਕਰਨ ਵਾਸਤੇ ਹਿੰਮਤ ਕਰਦੀ ਪੈਂਦੀ। ਇਹ ਨਹੀਂ ਹੈ ਵੀ ਸਾਡੇ ਕਰਮਾਂ 'ਚ ਨਹੀਂ ਹੈ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ
ਵਿਸਰਾਮ। ਮੈਂ ਆਪ ਜੀ ਨੂੰ ਹਮੇਸ਼ਾ ਇਹ ਬੇਨਤੀ ਕਰਦਾ ਹੁੰਦਾ ਵੀ ਤੁਸੀਂ ਨਾ ਗੁਰਬਾਣੀ ਨੂੰ ਸੁਣੋ, ਗੁਰਬਾਣੀ ਨੂੰ ਸਮਝੋ। ਗੁਰੂ ਜੀ ਕੀ ਕਹਿੰਦੇ, ਸਾਡੇ ਵਿਚਕਾਰ ਕੋਈ ਨਹੀਂ ਹੈ, ਬਾਣੀ ਤੇ ਸਿੱਖ। ਆਪਾਂ ਨੇ ਬਾਣੀ ਨੂੰ ਵਿਚਾਰਨਾ। ਹੁਣ ਇੱਥੇ ਕੀ ਹੈ ਵੀ ਉਹ ਕਹਿੰਦਾ ਜੀ, ਉਹ ਕਹਿੰਦਾ ਜੀ, ਉਹਨਾਂ ਦੇ ਬਚਨ ਨੇ ਜੀ, ਉਹਨਾਂ ਦੇ ਬਚਨ ਨੇ। ਮੈਂ ਕਿਹਾ ਬਚਨ ਗੁਰੂ ਦਾ ਹੈ, ਗੁਰੂ ਦਾ ਬਚਨ ਹੈ। ਸਿੱਖ ਕੋਲ ਕਿਸੇ ਦਾ ਕੋਈ ਬਚਨ ਨਹੀਂ। ਜਿਹਦੀ ਮਰਜ਼ੀ ਤੁਸੀਂ ਗੱਲ ਕਰੋ, ਉਹਦੇ ਕੋਲ ਵੀ ਬਚਨ ਗੁਰੂ ਦਾ ਹੀ ਹੈ। ਇਸ ਕਰਕੇ ਬਚਨ ਗੁਰੂ ਦਾ। ਗੁਰੂ ਦਾ ਬਚਨ ਕੀ ਹੈ, ਸਤਿਗੁਰੂ ਜੀ ਕੀ ਕਹਿੰਦੇ। ਸੋ ਇਹ ਮਨੁੱਖਾ ਜਨਮ ਜਿਹੜਾ ਹੈ ਉਹ ਆਪਾਂ ਨੂੰ ਮਿਲਿਆ ਭਗਤੀ ਕਰਨ ਦੀ ਖਾਤਰ। ਜੇ ਆਪਾਂ ਨਹੀਂ ਕਰਦੇ ਤੇ ਆਪਾਂ ਫਿਰ ਭੱਜ ਰਹੇ ਹਾਂ, ਖਹਿੜਾ ਤਾਂ ਛੁੱਟਣਾ ਨਹੀਂ। ਫਿਰ ਦੁਬਾਰੇ ਮਿਲਦਾ ਕਿ ਨਹੀਂ ਮਿਲਦਾ ਇਹ ਪਤਾ ਨਹੀਂ ਹੈ। ਬੈਰਾਗ, ਬੈ ਨਾਮ ਹੈ ਨਾਸ਼ ਦਾ, ਰਾਗ ਦਾ ਮੋਹ ਦਾ। ਜਦੋਂ ਮੋਹ ਅੰਦਰੋਂ ਨਾਸ਼ ਹੋ ਗਿਆ ਫਿਰ ਭਗਤੀ ਪੈਦਾ ਹੁੰਦੀ। ਹਰ ਇੱਕ ਕਥਾ ਦਾ, ਹਰ ਇੱਕ ਕਹਾਣੀ ਦਾ ਜਿਹੜਾ ਆਸ਼ਾ ਹੈ, ਜੋ ਮੋਰਲ ਹੈ, ਸਤਿਗੁਰੂ ਜੀ ਰੱਖਦੇ ਅਖੀਰ ਦੇ ਉੱਤੇ ਵੀ ਇਹ ਤਾਂ ਹੋਣਾ ਜੇ ਆਪਾਂ ਭਗਤੀ ਕਰਾਂਗੇ। ਇਹ ਤਾਂ ਹੈ ਜੇ ਆਪਾਂ ਨੂੰ ਇਹ ਮੋਹ ਦੀ ਸਮਝ ਆ ਗਈ। ਸ਼ੁਰੂ ਤੋਂ ਸਤਿਗੁਰੂ ਜੀ ਇਹੀ ਗੱਲ ਕਹਿੰਦੇ, ਜਪਜੀ ਸਾਹਿਬ ਤੋਂ ਲੈ ਕੇ 18-10-20 ਤੱਕ ਇਹੀ ਗੱਲ ਕਹਿੰਦੇ ਨੇ ਸਤਿਗੁਰੂ ਜੀ, ਕੋਈ ਗੱਲ ਕਹਿੰਦੇ ਨੇ। ਭਗਤ ਬੈਰਾਗ ਵਿਖੈ ਜੋ ਸਾਨੀ, ਸਾਨੀ ਨਾਮ ਹੈ ਮਿਲੀ ਹੋਈ ਦਾ। ਜਿਹੜੀ ਵੀ ਕਹਾਣੀ ਸਤਿਗੁਰੂ ਜੀ ਕਹਿੰਦੇ ਨੇ ਉਹਦਾ ਸੰਬੰਧ ਭਗਤੀ ਨਾਲ ਹੈ, ਬੈਰਾਗ ਨਾਲ ਹੈ। ਸ਼ਰਵਣ ਮਨਨ ਕਰਹਿ ਨਿਦਿਆਸਾ। ਫਿਰ ਸਤਿਗੁਰੂ ਜੀ ਦੱਸਦੇ ਵੀ ਆਪਾਂ ਨੇ ਜੋ ਸੁਣਿਆ ਨਾ, ਪਹਿਲਾਂ ਤਾਂ ਉਹਨੂੰ ਮੰਨਣਾ ਵੀ ਹਾਂ ਇਹ ਸੱਚ ਹੈ। ਮੰਨਣਾ ਕੀ ਹੁੰਦਾ ਵੀ ਸੁਣੇ ਹੋਏ ਨੂੰ ਸਵੀਕਾਰ ਕਰਨਾ, ਐਕਸੈਪਟ ਕਰਨਾ ਵੀ ਵਾਕਈ ਇਹ ਸੱਚ ਹੈ। ਫਿਰ ਹੁੰਦਾ ਨਿਧਿਆਸਣ। ਨਿਧਿਆਸਣ ਹੋਇਆ ਕਰਦਾ ਵੀ ਉਹਨੂੰ ਆਪਣੇ ਜੀਵਨ ਦੇ ਵਿੱਚ ਲਿਆਉਣ ਦੇ ਲਈ ਅਭਿਆਸ ਕਰਨਾ। ਜੋ ਆਪਾਂ ਸੁਣ ਰਹੇ ਹਾਂ ਨਾ, ਜੇ ਆਪਾਂ ਉਹਨਾਂ ਨੂੰ ਮੰਨ ਲਿਆ ਤੇ ਆਪਣਾ ਸੁਣਿਆ ਹੋਇਆ ਸਫਲ ਹੋ ਗਿਆ। ਤੇ ਜੇ ਆਪਾਂ ਮੰਨ ਕੇ ਉਹਨੂੰ ਆਪਣੇ ਜੀਵਨ ਦੇ ਵਿੱਚ ਲਿਆਏ ਫਿਰ ਸਾਡਾ ਮੰਨਿਆ ਹੋਇਆ ਵੀ ਸਫਲ ਹੋ ਗਿਆ। ਤੇ ਜੇ ਆ ਗਿਆ ਜੀਵਨ ਦੇ ਫਿਰ ਵਿੱਚ ਜੀਵਨ ਸਫਲ ਹੈ। ਹਰ ਇੱਕ ਗੱਲ ਨੂੰ ਸੁਣਨਾ, ਮੰਨਣਾ ਤੇ ਫਿਰ ਕੋਸ਼ਿਸ਼ ਕਰਨੀ ਹੈ ਉਹਨੂੰ ਆਪਣੇ ਜੀਵਨ ਦੇ ਵਿੱਚ ਲਿਆਉਣ ਦੀ। ਸ਼੍ਰੀ ਅੰਮ੍ਰਿਤਸਰ ਦੇ ਵਿੱਚ ਇੱਕ ਟੇਲਰ ਦਾ ਕੰਮ ਕਰਦਾ ਹੈ, ਦਰਜੀ ਹੈ ਭਾਈ। ਤੇ ਉਹ ਰੋਜ਼ ਨਹੀਂ ਆਉਂਦਾ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ, ਕਦੇ ਕਦੇ ਆਉਂਦਾ। ਹੁਣ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਹੋਇਆ ਸ਼੍ਰੀ ਦਰਬਾਰ ਸਾਹਿਬ ਰੋਜ਼ ਨਹੀਂ ਆਉਂਦਾ। ਆਪਾਂ ਤਰਸਦੇ ਹਾਂ ਜਾਣ ਨੂੰ। ਤੇ ਹੁਣ ਉਹਨੂੰ ਪੁੱਛੋਗੇ ਕਿਉਂ ਨਹੀਂ ਆਉਂਦਾ। ਉਹ ਕਹਿੰਦਾ ਹੈ ਵੀ ਮੈਂ ਜੋ ਸਤਿਗੁਰਾਂ ਜੀ ਦੇ ਕੋਲ ਬਚਨ ਸੁਣ ਕੇ ਆਉਂਦਾ ਨਾ, ਫਿਰ ਮੈਨੂੰ ਮੰਨ ਕੇ ਉਹਨੂੰ ਆਪਣੇ ਜੀਵਨ ਦੇ ਵਿੱਚ ਲਿਆਉਣਾ। ਜਦੋਂ ਤੱਕ ਉਹ ਮੇਰੇ ਜੀਵਨ ਦੇ ਵਿੱਚ ਆ ਨਹੀਂ ਜਾਂਦਾ ਤੇ ਮੈਂ ਮੁੜ ਕੇ ਫੇਰ ਜਾਂਦਾ ਨਹੀਂ ਉਦੋਂ ਤੱਕ ਗੁਰੂ ਕੋਲ। ਮੈਂ ਕਿਹੜਾ ਮੂੰਹ ਲੈ ਕੇ ਜਾਵਾਂ ਵੀ ਜਿਹੜੀ ਗੱਲ ਗੁਰੂ ਨੇ ਮੈਨੂੰ ਕਹੀ ਹੈ ਮੈਂ ਮੰਨੀ ਤਾਂ ਹੈ ਨਹੀਂ। ਉਹ ਮੈਨੂੰ ਸ਼ਰਮ ਆਉਂਦੀ ਹੈ। ਜਦੋਂ ਮੈਂ ਉਹ ਗੱਲ ਮੰਨ ਲੈਂਦਾ ਪੂਰਨ ਤੌਰ ਤੇ ਮੇਰੇ ਜੀਵਨ ਦੇ ਵਿੱਚ ਆ ਜਾਂਦੀ ਹੈ ਤੇ ਫਿਰ ਮੈਂ ਦੁਬਾਰੇ ਸਤਿਗੁਰਾਂ ਜੀ ਦੇ ਕੋਲ ਜਾਂਦਾ ਵੀ ਪਾਤਸ਼ਾਹ ਹੁਣ ਇਹ ਤੋਂ ਅਗਲੀ ਗੱਲ ਦੱਸੋ। ਜੋ ਗੁਰੂ ਜੀ ਮੈਨੂੰ ਛੱਡਣ ਨੂੰ ਕਹਿੰਦੇ ਹਨ ਨਾ ਮੈਂ ਛੱਡ ਦੇਣਾ। ਜੋ ਮੈਨੂੰ ਗੁਰੂ ਜੀ ਕਹਿੰਦੇ ਕਰਨ ਨੂੰ ਮੈਂ ਕਰਦਾ। ਜਦੋਂ ਹੋ ਗਿਆ ਫਿਰ ਮੈਂ ਆ ਜਾਂਦਾ ਗੁਰੂ ਜੀ ਕੋਲ, ਮਹਾਰਾਜ ਹੁਣ ਅਗਲੀ ਗੱਲ ਦੱਸੋ। ਸਭ ਤੋਂ ਵੱਡੀ ਦਿੱਕਤ ਕਹਿੰਦੇ ਮੈਨੂੰ ਉਦੋਂ ਆਈ ਵੀ ਜਦੋਂ ਸਤਿਗੁਰਾਂ ਜੀ ਨੇ ਕਿਹਾ ਵੀ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ। ਕੂੜ ਹੈ ਜਿਹੜਾ ਝੂਠ ਹੈ ਉਹ ਸਾਡੇ ਜੀਵਨ ਦਾ ਇੱਕ ਹਿੱਸਾ ਬਣ ਗਿਆ। ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਝੂਠ ਬੋਲ ਰਹੇ ਹਾਂ। ਪਤਾ ਹੀ ਨਹੀਂ, ਬੋਲ ਰਹੇ ਝੂਠ ਹੈ ਪਰ ਸਾਨੂੰ ਪਤਾ ਨਹੀਂ ਹੈ ਵੀ ਅਸੀਂ ਝੂਠ ਬੋਲ ਰਹੇ ਹਾਂ। ਉਹ ਕਹਿੰਦਾ ਫਿਰ ਮੈਨੂੰ ਇਹਦੇ ਤੇ ਬਹੁਤ ਜ਼ਿਆਦਾ ਔਖਾ ਹੋਣਾ ਪਿਆ। 2 ਮਹੀਨੇ ਲੱਗ ਗਏ ਕਹਿੰਦਾ ਮੈਨੂੰ ਵੀ ਧੰਨ ਹੈ। ਚਲੋ 2 ਮਹੀਨੇ ਦੇ ਵਿੱਚ ਉਹਨੇ ਝੂਠ ਬੋਲਣਾ ਤਾਂ ਛੱਡਤਾ। ਉਹਨੂੰ ਪਤਾ ਲੱਗਿਆ ਗੁਰੂ ਨੇ ਕਿਹਾ ਵੀ ਝੂਠ ਨਹੀਂ ਬੋਲਣਾ ਬਈ, ਬੋਲਿਆ ਨਹੀਂ।
ਛੱਡਤਾ। ਫੇਰ ਆ ਕੇ ਪੁੱਛਦੇ ਮਹਾਰਾਜ ਹੋਰ ਦੱਸੋ। ਹੁਣ ਜਿਹਨੇ ਝੂਠ ਛੱਡਦਾ ਤੇ ਉਹਦੇ ਜੀਵਨ ਦੇ ਵਿੱਚ ਸੱਚ ਦਾ ਪ੍ਰਕਾਸ਼ ਹੋ ਜਾਂਦਾ ਹੈ। ਬਣ ਗਈ ਗੱਲ। ਇਸ ਲਈ ਸਰਵਣ ਮੰਨਨ ਕਰਹਿ ਨਿਧਿਆਸਾ। ਹੁਣ ਬੱਚੇ ਪੁੱਛਦੇ ਆ ਵੀ ਐ ਕਿਵੇਂ ਹੋਊਗਾ ਜੀ, ਤਾਂ ਹੋ ਹੀ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਹੋਊਗਾ, ਇਹ ਵੀ ਨਹੀਂ ਹੋ ਸਕਦਾ। ਹੁੰਦਾ ਹੈ ਤਾਂ ਹੀ ਤਾਂ ਅਸੀਂ ਕਹਿ ਰਹੇ ਹਾਂ ਭਾਈ ਵੀ ਪਹਿਲਾਂ ਤਾਂ ਸੁਣੋ। ਸੁਣੂਗਾ ਕੌਣ? ਜਿਹੜਾ ਸੱਚ ਦੇ ਰਸਤੇ ਦਾ ਪਾਂਧੀ ਹੈ ਉਹ ਸੁਣੂਗਾ। ਨਹੀਂ ਤਾਂ ਪਾਤਸ਼ਾਹ ਜੀ ਕਹਿੰਦੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੀ। ਸੱਚ ਝੂਠੇ ਬੰਦੇ ਦੇ ਕੋਲੋਂ ਸੁਣਿਆ ਨਹੀਂ ਜਾਂਦਾ, ਸੜ ਜਾਂਦਾ, ਉਹਨੂੰ ਅੱਗ ਲੱਗਦੀ। ਸੱਚ ਨਹੀਂ ਸੁਣਿਆ ਜਾਂਦਾ। ਫਿਰ ਜਿਹੜਾ ਸੱਚ ਦਾ ਪਾਂਧੀ ਹੈ ਉਹ ਕਿੱਥੇ ਆ ਕੇ ਬੈਠਦਾ? ਸਤਿਗੁਰੂ ਜੀ ਕਹਿੰਦੇ ਸਚਿਆਰ ਸਿੱਖ ਬਹਿ ਸਤਿਗੁਰ ਪਾਸ। ਗੁਰੂ ਕੋਲ ਕੌਣ ਬੈਠਦਾ ਜੀ? ਜਿਹੜਾ ਚਾਹੁੰਦਾ ਕਿ ਸਚਿਆਰਾ ਹੋਈਆ ਕਿ ਕੂੜਾ ਟੁੱਟੈ ਪਾਲ। ਜਿਹੜਾ ਇਹ ਚਾਹੁੰਦਾ ਮੈਂ ਸਚਿਆਰ ਕਿਵੇਂ ਹੋ ਸਕਦਾ, ਉਹੀ ਬੈਠੂਗਾ ਨਾ। ਕੁੜਿਆਰ ਕੁੜਿਆਰੀ ਜਾਏ ਰਲੇ। ਜਿਹੜੇ ਝੂਠੇ ਨੇ ਉਹ ਝੂਠਿਆਂ ਦੇ ਵਿੱਚ ਜਾ ਕੇ ਬੈਠਣਗੇ ਤੇ ਸਚਿਆਰ ਸਿੱਖ ਗੁਰੂ ਦੇ ਕੋਲ ਬੈਠਦੇ ਆ। ਇੱਥੇ ਉਹ ਬੈਠੂਗਾ ਜਿਹੜਾ ਸੱਚ ਦਾ ਗਾਹਕ ਹੈ। ਰੰਚਕ ਮਾਤਰ ਵੀ ਜਿਹਦੇ ਅੰਦਰ ਝੂਠ ਦੀ ਕਣਸੋ ਹੈ ਨਾ, ਉਹ ਨਹੀਂ ਟਿਕ ਸਕਦਾ, ਇੱਥੇ ਭਾਜੂਗਾ। ਜੇ ਕੋ ਬੋਲੇ ਸੱਚ, ਗੁਰੂ ਜੀ ਤਾਂ ਹੁਣ ਸੱਚ ਹੀ ਬੋਲਦੇ, ਬਾਣੀ ਤਾਂ ਸੱਚ ਹੀ ਬੋਲਦੀ ਹੈ। ਸਾਡੇ ਤੇ ਮੇਰੇ ਤੇ ਬਹੁਤ ਪ੍ਰੈਸ਼ਰ ਪਾਇਆ ਜਾਂਦਾ ਜੀ, ਆਹ ਗੱਲ ਨਾ ਕਿਉਂ, ਤੁਸੀਂ ਇਹ ਨਾ ਕਿਉਂ ਨਾ ਕਿਉਂ। ਮੈਂ ਕਿਹਾ ਵੀ ਮੈਂ ਉੱਥੇ ਬੇਵੱਸ ਹੁੰਦਾ, ਇੱਥੇ ਤੁਹਾਡੇ ਕੋਲ ਬੈਠਾ ਨਾ, ਜੋ ਮਰਜ਼ੀ ਕਹਾ ਲਓ ਮੇਰੇ ਕੋਲੋਂ, ਤੁਹਾਨੂੰ ਕੁਛ ਕਰ ਦਾਂਗਾ ਮੈਂ। ਜਿਵੇਂ ਤੁਸੀਂ ਕਹੋਗੇ ਉਸ ਤਰ੍ਹਾਂ ਹੀ ਕਰ ਲਾਂਗਾ। ਪਰ ਇੱਥੇ ਆ ਕੇ ਬੇਵਸੀ ਹੁੰਦੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਥੇ ਆ ਕੇ ਬੇਵਸੀ ਹੈ, ਲਾਚਾਰੀ ਹੈ। ਕਿਉਂਕਿ ਜੇ ਆਪਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਸੱਚ ਨਹੀਂ ਬੋਲਦੇ ਤੇ ਫਿਰ ਆਪਾਂ ਸਿੱਖ ਕਾਹਦੇ ਹੋਏ ਬਈ? ਬਾਕੀ ਸਾਡੀ ਕੋਈ ਦੁਸ਼ਮਣੀ ਥੋੜੀ ਕਿਸੇ ਨਾਲ, ਦੁਸ਼ਮਣੀ ਕੋਈ ਨਹੀਂ, ਵੈਰ ਭਾਵਨਾ ਕੋਈ ਨਹੀਂ ਹੈ ਕਿਸੇ ਵੀ ਨਾ, ਕਿਸੇ ਦੇ ਨਾਲ ਵੀ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋ। ਸਾਡੇ ਲਈ ਤਾਂ ਸਾਰੇ ਜੀਵ ਇੱਕੋ ਹੀ ਨੇ। ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਸਾਡੀ ਕੋਈ ਦੁਸ਼ਮਣੀ ਥੋੜੀ ਕਿਸੇ ਦੇ ਨਾਲ, ਵੈਰ ਭਾਵਨਾ ਥੋੜੀ ਕਿਸੇ ਦੇ ਨਾਲ। ਸੱਚ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਹੁਣ ਮੇਰਾ ਕਿਹੜੇ ਸੱਚ ਲਿਹਾਜ਼ ਕਰਦਾ ਕਿ ਮੈਨੂੰ ਸੱਚ ਬਖਸ਼ਦਾ? ਜੇ ਤਾਂ ਮੈਨੂੰ ਬਖਸ਼ੇ ਫਿਰ ਮੈਂ ਵੀ ਬਖਸ਼ਦਾ। ਸੱਚ ਨਹੀਂ ਕਿਸੇ ਦਾ ਲਿਹਾਜ਼ ਕਰਦਾ। ਪਰ ਇਹ ਚੇਤੇ ਰੱਖੋ ਕਿ ਜਦੋਂ ਹੋਇਆ ਹੋਵੇ ਨਾ ਮਲੇਰੀਆ ਬੰਦੇ ਨੂੰ, ਮਲੇਰੀਏ ਵਾਲੇ ਨੂੰ ਫਿਰ ਕੁਨੀਨ ਦੇਣੀ ਪੈਂਦੀ ਹੈ। ਕੁਨੀਨ, ਕੁਨੀਨ ਕੌੜੀ ਹੈ। ਮਲੇਰੀਏ ਦੇ ਮਰੀਜ਼ ਨੂੰ ਦੇ ਤਾਂ ਜੇ ਤਾਂ ਦੇਤੀ ਕੁਨੀਨ, ਐਂਟੀਬਾਇਓਟਿਕ ਹੈ, ਬੰਦਾ ਸ਼ਾਮ ਨੂੰ ਮੰਜੇ ਤੋਂ ਉੱਠ ਕੇ ਬੈਠ ਜੂਗਾ, ਕਹਿੰਦਾ ਵੀ ਮੈਨੂੰ ਠੀਕ ਲੱਗ ਰਿਹਾ, ਮੈਂ ਵਧੀਆ, ਅੱਜ ਫਰਕ ਹੈ ਬਹੁਤ। ਪਰ ਉਹ ਮਲੇਰੀਆ ਦਾ ਮਰੀਜ਼ ਹੋਵੇ ਤੇ ਆਪਾਂ ਕਹੀਏ ਵੀ ਕੁਨੀਨ ਉਹਨੂੰ ਦੇਣੀ ਨਹੀਂ, ਇਹਨੂੰ ਟੌਫੀਆਂ ਦੇ ਦਿਓ ਮਿੱਠੀਆਂ, ਉਹ ਖੁਸ਼ ਹੋ ਕੇ ਖਾ ਲੈਂਦਾ, ਪਰ ਥੋੜਾ ਦਿਨਾਂ ਚੋਂ ਮਰ ਜੂਗਾ ਬੁਖਾਰ ਦੇ ਨਾਲ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਜੇ ਤਾਂ ਇਹ ਸੱਚ ਦੀ ਕੁਨੀਨ ਲੈ ਲਈ ਫਿਰ ਤਾਂ ਆਪਣਾ ਕੂੜ ਦਾ ਬੁਖਾਰ ਉਤਰ ਜੂਗਾ, ਨਹੀਂ ਤਾਂ ਫਿਰ ਮਰੇ ਹੋਏ ਤਾਂ ਹੈ ਹੀ ਆ ਕੂੜ ਦੇ ਵਿੱਚ, ਆਪਾਂ ਮਰੇ ਹੋਏ। ਗੁਰੂ ਨਾਨਕ ਸਾਹਿਬ ਜੀ ਨੇ ਕੋਈ ਲਿਹਾਜ਼ ਨਹੀਂ ਕਰਿਆ, ਆਪਣੇ ਪੁੱਤਰਾਂ ਦਾ ਲਿਹਾਜ਼ ਨਹੀਂ ਕੀਤਾ ਉਹਨਾਂ ਨੇ। ਬਾਬੇ ਸ੍ਰੀ ਚੰਦ ਦਾ ਲਿਹਾਜ਼ ਕਰਿਆ ਗੁਰੂ ਨਾਨਕ ਸਾਹਿਬ ਜੀ ਨੇ ਕਿ ਮੇਰਾ ਪੁੱਤਰ ਹੈ, ਵੀ ਚੱਲ ਕੋਈ ਗੱਲ ਨਹੀਂ ਜਿਵੇਂ ਕਰਦਾ ਕਰੀ ਜਾਣ ਦੋ ਨਾ। ਜੋ ਨਹੀਂ ਮੰਨਿਆ ਤੇ ਪ੍ਰਵਾਨ ਪੁੱਤਰ ਵੀ ਨਹੀਂ ਹੋਇਆ। ਕੋਈ ਕਹਿ ਦੂਗਾ ਆਪਣੇ ਪੁੱਤਰ ਨੂੰ ਵੀ ਮੇਰੇ ਮੱਥੇ ਨਾ ਲੱਗੀ, ਪਰ ਕਹਿ ਤਾਂ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਵੀ ਤੂੰ ਗੁਰਬਾਣੀ ਨੂੰ ਸਹੀ ਨਹੀਂ ਨਾ ਮੰਨਦਾ, ਮੇਰੇ ਮੱਥੇ ਨਾ ਲੱਗੇ, ਜਿੱਧਰ ਤੇਰਾ ਮੂੰਹ ਉਧਰ ਨੂੰ ਤੁਰ ਜਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਲਿਹਾਜ਼ ਨਹੀਂ, ਔਰ ਸਾਡਾ ਭਲਾ ਹੋਊਗਾ ਇਹ।
ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਦੀ ਕਿੱਥੋਂ ਕੀਤੀ ਹੈ? ਇੱਕ ਤੋਂ ਏਕਾ। ਔਰ ਏਕਾ ਵੀ ਮੈਥ ਦਾ ਲਾਇਆ ਉੱਥੇ, ਪੰਜਾਬੀ ਵਾਲਾ ਇੱਕ ਨਹੀਂ ਲਿਖਿਆ ਉੱਥੇ, ਕਿਉਂਕਿ ਪੰਜਾਬੀ ਵਾਲੇ ਇੱਕ ਦੇ ਵਿੱਚ 2 ਅੱਖਰ ਹੋ ਜਾਂਦੇ ਆ। ਏਕਾ ਵੀ ਮੈਥ ਦਾ ਲਾਇਆ, ਅੱਧਾ ਨਹੀਂ ਕਰਿਆ, 4 ਹਿੱਸੇ ਨਹੀਂ ਕਰੇ, ਸਿੱਧਾ ਹੀ ਏਕਾ ਲਾਤਾ। ਇਹ ਸੰਦੇਸ਼ ਹੈ ਗੁਰੂ ਨਾਨਕ ਸਾਹਿਬ ਜੀ ਦਾ, ਭਲਿਓ ਇੱਕ ਪ੍ਰਮਾਤਮਾ ਨੂੰ ਮੰਨ ਲਓ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਹੈ ਇੱਕ ਦੀ ਸ਼ਰਨ ਵਿੱਚ ਆ ਜਾਓ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੂਟੈ। ਨਿਰਭਉ ਨੂੰ ਜਪੋਗੇ ਨਾ, ਸਾਰੇ ਡਰ ਆਪਣੇ ਆਪ ਹੀ ਖਤਮ ਹੋ ਜਾਣਗੇ। ਜਪੋ, ਫਿਰ ਕੋਈ ਡਰ ਨਹੀਂ ਲੱਗਦਾ, ਸਾਰੇ ਡਰ ਖਤਮ ਹੋ ਜਾਂਦੇ ਆ। ਬਾਕੀ ਫਿਰ ਡਰਦਾ ਬੰਦਾ ਤਾਂ ਫਿਰ ਸਾਰੀਆਂ ਥਾਵਾਂ ਤੇ ਹੀ ਡਰਦਾ ਹੈ। ਡਰਨ ਵਾਲਾ ਤਾਂ ਫਿਰ ਜਿਹੜਾ ਸਿਆਣੇ ਕਹਿੰਦੇ ਦੁੱਧ ਦਾ ਭੁੱਖਿਆ ਫਿਰ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਂਦਾ ਹੈ। ਡਰ ਗਿਆ ਨਾ, ਦੁੱਧ ਗਰਮ ਸੀ, ਮੂੰਹ ਸੜ ਗਿਆ, ਹੁਣ ਲੱਸੀ ਨੂੰ ਵੀ ਫੂਕਾਂ ਮਾਰਦਾ। ਉਹ ਇੰਨਾ ਡਰ ਗਿਆ ਵੀ ਲੱਸੀ ਤਾਂ ਠੰਡੀ ਹੈ, ਲੱਸੀ ਤਾਂ ਗਰਮ ਨਹੀਂ ਹੈ, ਉਹਨੂੰ ਫੂਕਾਂ ਮਾਰਦਾ ਹੈ। ਜਿਹੜਾ ਡਰਨ ਲੱਗ ਗਿਆ ਫਿਰ ਉਹ ਡਰਦਾ ਹੀ ਰਹੂਗਾ, ਡਰਦਾ ਹੀ ਰਹੂਗਾ। ਸੱਪ ਤਾਂ ਨਹੀਂ ਹੈ, ਰੱਸੀਆਂ ਤੇ ਵੀ ਡਰੀ ਜਾਊਗਾ, ਰੱਸੀਆਂ ਤੋਂ ਵੀ। ਸੋ ਇਹ ਗੁਰੂ ਨਾਨਕ ਦੇ ਘਰ ਦਾ ਗੁਰਮੁਖੋ ਸੰਦੇਸ਼ ਹੈ ਇਹ, ਵੀ ਇੱਕ ਦਾ ਜਾਪ ਜਪੋ, ਭਗਤੀ ਕਰੋ, ਬਸ ਉਹਦੀ। ਕਿਤੇ ਨਹੀਂ ਜਾਣਾ, ਕਿਸੇ ਨੂੰ ਕੁਝ ਪੁੱਛਣਾ ਨਹੀਂ ਹੈ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਬੰਧਨ ਨਹੀਂ, ਬਸ ਵਾਹਿਗੁਰੂ ਵਾਹਿਗੁਰੂ ਜੀ। ਗੁਰਮੁਖ ਹੁਣ ਆ ਨਹੀਂ ਆਪਾਂ ਕੰਮ ਕਰਦੇ, ਫਿਰ ਜਿਹੜੇ ਮਰਜ਼ੀ ਕਰੀ ਜਾਓ, ਮੇਰੇ ਨਾਲ ਤਾਂ ਕੁਝ ਹੈ ਨਹੀਂ। ਜਪੋ ਤਾਂ ਇੱਕੋ ਨਾਮ ਆਵਰ ਨਿਰਾਫਲ। ਜਿੰਨੇ ਮਰਜ਼ੀ ਕੰਮ ਕਰ ਲਓ, ਫਲ ਕਿਸੇ ਨੂੰ ਨਹੀਂ ਲੱਗਣਾ, ਫਲ ਸਿਰਫ ਇੱਕ ਨੂੰ ਹੀ ਲੱਗਣਾ। ਸਾਹਿਬ ਜੀ ਕਹਿੰਦੇ ਹੋ ਜਾਊਗਾ ਇਹ ਸਾਰਾ ਕੁਝ, ਪਰ ਪਹਿਲੀ ਗੱਲ ਤਾਂ ਜੋ ਤੁਸੀਂ ਸੁਣ ਰਹੇ ਹੋ ਇਹਨੂੰ ਮੰਨੋ ਵੀ ਇਹ ਸੱਚ ਹੈ। ਜੇ ਸੱਚ ਹੈ ਫਿਰ ਧਾਰਨ ਕਰ ਲਓ, ਧਾਰਨ ਕਰ ਲਓ ਨਾ ਉਹਨੂੰ। ਆਪਾਂ ਐਡ ਵੇਖੀ ਟੀਵੀ ਦੇ ਉੱਤੇ, ਸ਼ੋਰੂਮ ਦੇ ਵਿੱਚ ਚੀਜ਼ ਲਾ ਕੇ ਦੇਖੀ, ਸੋਹਣੀ, ਤੇ ਉੱਥੇ ਜਾ ਕੇ ਵੇਖੀ, ਕਹਿੰਦੇ ਚੱਲ ਵੀ ਘਰੇ ਭੇਜੋ ਉਹਨੂੰ। ਗੱਲ ਬਣ ਗਈ ਨਾ, ਜੋ ਟੀਵੀ ਤੇ ਸੁਣਿਆ ਉਹਨੂੰ ਮੰਨ ਲਿਆ ਵੀ ਠੀਕ ਹੈ, ਤੇ ਆਪਾਂ ਜਾ ਕੇ ਸ਼ੋਰੂਮ ਤੋਂ ਚੀਜ਼ ਚੁੱਕ ਲਿਆਏ। ਪੁੱਛਿਆ ਕਿਸੇ ਨੂੰ? ਨਹੀਂ, ਤਸੱਲੀ ਹੈ। ਸਾਹਿਬ ਜੀ ਕਹਿੰਦੇ ਜੇ ਸੱਚ ਹੈ ਫਿਰ ਇਹਦੇ ਧਾਰਨੀ ਹੋ ਜਾਓ, ਫਿਰ ਇਹਨੂੰ ਧਾਰਨ ਕਰ ਲਓ, ਆਪਣੇ ਜੀਵਨ ਦੇ ਵਿੱਚ ਸੱਚ ਲਿਆਓ। ਇਹ ਸਤਿਗੁਰਾਂ ਜੀ ਦੀ ਕਥਾ ਦਾ ਆਸ਼ਾ ਹੈ। ਸਤਿਗੁਰੂ ਜੀ ਬਾਣੀ ਰਾਹੀਂ ਇਹੀ ਸਮਝਾਉਂਦੇ ਹਨ ਕਿ ਭਾਈ ਸੁਣਨਾ, ਮੰਨਣਾ ਤੇ ਅਭਿਆਸ ਕਰਨਾ। ਪੁਨ ਸੁਨਨੇ ਕੀ ਵਧੈ ਪਿਆਸਾ। ਫਿਰ ਕੀ ਹੁੰਦਾ ਹੈ ਵੀ ਸੁਣਨ ਵਾਲਿਆਂ ਦੇ ਅੰਦਰ ਸੁਣਨ ਦੀ ਪਿਆਸ ਵੱਧਦੀ ਜਾਂਦੀ। ਦੇਖੋ ਜਿਹੜਾ ਬੰਦਾ ਤਾਂ ਹੈ ਬਿਮਾਰ, ਉਹਨੂੰ ਤਾਂ ਰੋਟੀ ਚੰਗੀ ਨਹੀਂ ਲੱਗਦੀ ਹੈ, ਪਰ ਜਿਹਨੇ ਉਹ ਚੂਰਨ ਨੇ ਹਾਜ਼ਮਾ ਠੀਕ ਕਰਦਾ, ਉਹ ਬੰਦਾ ਕਹਿੰਦਾ ਰੋਟੀ ਲਿਆਓ, ਮੈਨੂੰ ਭੁੱਖ ਲੱਗੀ ਹੈ। ਇਹਦਾ ਭਾਵ ਚੂਰਨ ਅਸਰ ਕਰ ਗਿਆ। ਹੁਣ ਜੇ ਤਾਂ ਸੱਚ ਸੁਣ ਕੇ ਅੰਦਰ ਸੁਣਨ ਦੀ ਪਿਆਸ ਪੈਦਾ ਹੋ ਗਈ, ਮੈਂ ਸੱਚ ਹੋਰ ਸੁਣਨਾ, ਫਿਰ ਤਾਂ ਇਹਦਾ ਭਾਵ ਹੈ ਵੀ ਅਸਰ ਹੋ ਗਿਆ। ਪਰ ਜੇ ਕਹਿੰਦੇ ਵੀ ਨਾ ਇਹ ਨਹੀਂ ਸੁਣਨਾ ਹੈ, ਫਿਰ ਗੜਬੜ ਹੈ, ਫਿਰ ਬਿਮਾਰ ਹੈ ਆਪਾਂ। ਜੇ ਸੱਚ ਸੁਣਨ ਦੀ ਇੱਛਾ ਨਹੀਂ ਪੈਦਾ ਹੋਈ, ਫਿਰ ਕੂੜ ਦੀ ਬਿਮਾਰੀ ਲੱਗੀ ਹੋਈ, ਤੇ ਉਹਨਾਂ ਦੇ ਅੰਦਰ ਪਿਆਸ ਵੱਧਦੀ ਹੈ ਸੁਣਨ ਦੀ। ਗਿਰਾ ਸੁਗੰਧ ਬਦਨ ਅਰਬਿੰਦਾ। ਗੁਰੂ ਪਾਤਸ਼ਾਹ ਜੀ ਦੇ ਜਿਹੜੇ ਬਚਨ ਨੇ ਨਾ, ਗਿਰਾ ਸੁਗੰਧ ਬਦਨ ਅਰਬਿੰਦਾ, ਜਿਹੜਾ ਸਤਿਗੁਰਾਂ ਜੀ ਦਾ ਮੁਖ ਹੈ ਉਹ ਹੈ ਕਮਲ ਦੀ ਨਿਆਈ, ਤੇ ਜਿਹੜੇ ਬਚਨ ਨੇ ਉਹ ਸੁਗੰਧੀ ਹੈ। ਜੁਗਤ ਯੁਕਤ ਸੁੰਦਰ ਮਕਰੰਦਾ। ਜਿਹੜਾ ਸਤਿਗੁਰਾਂ ਜੀ ਦਾ ਸਮਝਾਉਣ ਦਾ ਤਰੀਕਾ, ਉਕਤੀਆਂ ਜੁਗਤੀਆਂ ਹੁੰਦੀਆਂ ਨੇ, ਇਹਦੇ ਵਿੱਚ ਮਕਰੰਦਾ ਰਸ ਹੈ। ਗੱਲ ਤਾਂ ਉਹੀ ਹੁੰਦੀ ਹੈ, ਬਸ ਸੁਣਾਉਣ ਦਾ ਤਰੀਕਾ ਹੀ ਹੁੰਦਾ ਨਾ, ਉਹ ਸੁਣਾਉਣ ਦੇ ਨਾਲ ਉਹਦੇ ਵਿੱਚ ਰਸ ਬਣਾ ਦਿੱਤਾ ਜਾਂਦਾ ਹੈ। ਬਸ ਸੁਣਾਉਣ ਵਾਲੇ ਦੀ ਇਹ ਉਕਤੀ ਜੁਗਤੀ, ਉਹਦੇ 'ਚ ਰਸ ਬਣਾਉਣਾ, ਗੱਲ ਉਹੀ ਹੈ।
ਸੋ ਸਤਿਗੁਰੂ ਜੀ ਜੋ ਉਕਤੀ ਜੁਗਤੀ ਦੇ ਨਾਲ, ਜਿਹੜੇ ਤਰੀਕੇ ਨਾਲ ਸਤਿਗੁਰੂ ਜੀ ਸਮਝਾਉਂਦੇ, ਇਹ ਰਸ ਹੈ ਇਹਦੇ ਵਿੱਚ। ਬਾਲ ਬ੍ਰਿੰਦ ਸੰਪੈ ਮਲਿੰਦਾ। ਤੇ ਜਿਹੜੇ ਬੱਚੇ ਨੇ ਉਹ ਸਾਰੇ ਨੇ ਭੌਰਿਆਂ ਦੀ ਨਿਆਈ। ਕਮਲ ਦਾ ਫੁੱਲ, ਉਹਦੇ 'ਚ ਸੁਗੰਧੀ ਆਉਂਦੀ ਹੈ, ਉਹਦੇ 'ਚ ਰਸ ਹੈ, ਉਹ ਲੈਣ ਵਾਸਤੇ ਭੌਰੇ ਉਹਦੇ ਉੱਤੇ ਲੱਟੂ ਹੋ ਜਾਂਦੇ। ਐ ਜਿਹੜੇ ਬੱਚੇ ਨੇ ਉਹ ਸਤਿਗੁਰਾਂ ਜੀ ਦੇ ਬਚਨ ਸੁਣਨ ਦੇ ਭੌਰੇ ਬਣੇ ਹੋਏ ਹਨ, ਵੀ ਆਪਣਾ ਆਪ ਭੁੱਲ ਜਾਂਦਾ। ਕਮਲ ਦਾ ਫੁੱਲ ਖਿੜਦਾ, ਭੌਰਾ ਆਉਂਦਾ ਤੇ ਉਹਦੀ ਸੁਗੰਧੀ ਲੈਣ ਦੇ ਵਿੱਚ ਉਹ ਇੰਨਾ ਮਸਤ ਹੋ ਜਾਂਦਾ, ਇੰਨਾ ਮਸਤ ਹੋ ਜਾਂਦਾ ਵੀ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਸ਼ਾਮਾਂ ਕਦੋਂ ਪੈ ਗਈਆਂ। ਤੇ ਕਮਲ ਦਾ ਫੁੱਲ ਸ਼ਾਮ ਨੂੰ ਮੁਰਝਾ ਜਾਂਦਾ। ਮੁਰਝਾ ਗਿਆ ਤੇ ਵਿੱਚ ਰਹਿ ਗਿਆ। ਮਾਲੀ ਲੋਕ ਆਉਂਦੇ, ਫੁੱਲ ਤੋੜ ਕੇ ਲੈ ਜਾਂਦੇ, ਫਿਰ ਉਹਨੂੰ ਸਾਫ਼ ਕਰਨ ਵਾਸਤੇ ਉਬਲਦੇ ਕੜਾਹੇ 'ਚ ਸੁੱਟਦੇ ਨੇ। ਉੱਥੇ ਭੌਰੇ ਦੀ ਮੌਤ ਹੁੰਦੀ। ਇੰਨਾ ਮਸਤ ਹੋਇਆ, ਇੰਨਾ ਮਸਤ ਹੋਇਆ ਕਿ ਮੌਤ ਹੋ ਗਈ। ਇੰਨੀ ਮਸਤੀ ਨਾਮ ਦੇ ਖੁਮਾਰੀ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਬੇਸ਼ੱਕ ਸਿਰ ਦੇ ਉੱਤੇ ਆਰਾ ਚੱਲੇ, ਪਰ ਬਾਣੀ ਨਹੀਂ ਵਿਸਰਦੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਿਰ ਤੇ ਆਰਾ ਚੱਲ ਰਿਹਾ, ਭਾਈ ਮਤੀ ਦਾਸ ਜੀ ਤੇ ਉਹ ਜਪਜੀ ਸਾਹਿਬ ਦਾ ਪਾਠ ਕਰੀ ਜਾਂਦਾ। ਇੰਨਾ ਮਸਤ ਹੈ ਬਾਣੀ ਦੇ ਵਿੱਚ, ਇੰਨੀ ਖੁਮਾਰੀ, ਇੰਨੀ ਮਸਤੀ ਹੋਣੀ ਚਾਹੀਦੀ ਹੈ ਸੁਣਨ ਦੇ ਵਿੱਚ ਕਿ ਜਿਵੇਂ ਭੌਰਾ ਕਮਲ ਦੇ ਫੁੱਲ ਤੇ ਮਸਤ ਹੁੰਦਾ ਹੈ। ਸ਼ਰਵਨ ਕਰ ਹੈ ਅਗਾਤ ਆਨੰਦਾ। ਸਤਿਗੁਰਾਂ ਜੀ ਦੇ ਬਚਨਾਂ ਨੂੰ ਸੁਣਦੇ ਨੇ, ਆਗਾਤ ਆਨੰਦਾ, ਅਥਾ ਆਨੰਦ ਨੂੰ ਮਾਣਦੇ ਹਨ। ਦੋਹਰਾ ਆਵਤ ਜਾਵਤ ਮਨੁਜ ਕੋ ਸੁਨਤ ਠਾੜ ਹੋਏ ਜਾਏ। ਸਤਿਗੁਰਾਂ ਜੀ ਦੇ ਨਾਲ ਹੀ ਨਾ ਨਗਰ ਤੋਂ ਬਾਹਰ ਇੱਕ ਪਿੱਪਲ ਹੈ, ਉਹਦੇ ਥੱਲੇ ਸਤਿਗੁਰੂ ਜੀ ਬੈਠਦੇ, ਬੱਚਿਆਂ ਨੂੰ ਕਥਾ ਸੁਣਾਉਂਦੇ। ਹੁਣ ਉਹ ਰਸਤਾ ਚੱਲਦਾ ਤੇ ਆਉਂਦੇ ਜਾਂਦੇ ਜਿਹੜੇ ਲੋਕ ਨੇ ਨਾ, ਉਹ ਜਦੋਂ ਉਹਨਾਂ ਦੇ ਕੰਨ ਦੇ ਵਿੱਚ ਆਵਾਜ਼ ਪੈਂਦੀ ਹੈ ਤੇ ਉੱਥੇ ਖੜ ਜਾਂਦੇ ਨੇ ਸੁਣਨ ਦੇ ਵਾਸਤੇ ਵੀ ਅਸੀਂ ਵੀ ਸੁਣ ਕੇ ਜਾਣਾ। ਪੰਡਤ ਸੇ ਮਧੁਰੇ ਲਗਹਿ ਕੀਰਤ ਬਦਨ ਅਲਾਏ। ਤੇ ਹੁਣ ਉਦੋਂ ਕਥਾ ਕੌਣ ਕਰਿਆ ਜੇ ਕਰਦਾ ਸੀ? ਕਥਾ ਕਰਦਿਆ ਸਨ ਪੰਡਤ ਲੋਕ, ਵਿਦਵਾਨ ਲੋਕ ਗ੍ਰੰਥਾਂ ਦੀ। ਪੰਡਤ ਸੇ ਮਧੁਰੇ ਲਗਹਿ, ਪੰਡਤ ਜੇ ਕਥਾ ਨਾਲੋਂ ਮਿੱਠੇ ਬਚਨ ਨੇ ਸਤਿਗੁਰਾਂ ਜੀ ਦੇ। ਤੇ ਫਿਰ ਉਹ ਕੀਰਤ ਬਦਨ ਅਲਾਏ ਤੇ ਫਿਰ ਉਹ ਜਾ ਕੇ ਕਹਿੰਦੇ ਹਨ ਵੀ ਕਾਲੂ ਜੀ ਦਾ ਪੁੱਤਰ, ਮਹਿਤੇ ਦਾ ਪੁੱਤਰ, ਪਟਵਾਰੀ ਦਾ ਪੁੱਤਰ। ਬਈ ਕਮਾਲ ਹੈ। ਕਥਾ ਤਾਂ ਅਸੀਂ ਸੁਣਦੇ ਹਾਂ ਬਹੁਤ ਲੋਕਾਂ ਦੇ ਕੋਲੋਂ, ਪਰ ਜਿਹੜੀ ਕਥਾ ਗੁਰੂ ਨਾਨਕ ਸਾਹਿਬ ਜੀ ਸੁਣਾਉਂਦੇ ਆ, ਇਹੋ ਜਿਹੀ ਕਥਾ ਨਹੀਂ ਕੋਈ ਸੁਣਾ ਸਕਦਾ ਨਾ, ਕੋਈ ਨਹੀਂ ਸੁਣਾ ਸਕਦਾ। ਕਿਉਂਕਿ ਉੱਥੇ ਜਿਹੜਾ ਮਕਸਦ ਹੈ ਉਹ ਹੈ ਰੋਟੀ ਰੋਜੀ, ਰੋਜੀ ਰੋਟੀ ਵਾਸਤੇ ਕਥਾ ਕਰਨੀ। ਤੇ ਇੱਕ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇੱਕ ਭਲੇ ਦੀ ਖਾਤਰ ਕਥਾ ਕਰਨੀ ਵੀ ਇਹਨਾਂ ਦਾ ਕਿਸੇ ਤਰ੍ਹਾਂ ਭਲਾ ਹੋ ਜੇ, ਸਾਰਿਆਂ ਦਾ ਭਲਾ ਹੋ ਜੇ। ਉਹਦੇ ਚ ਅੰਤਰ ਹੈ। ਰੋਜੀ ਰੋਟੀ ਦਾ ਸਵਾਲ ਨਹੀਂ ਹੈ ਵੀ ਰੋਜੀ ਰੋਟੀ ਵੀ ਤਾਂ ਮਿਲੂਗੀ। ਹੁਣ ਜਦੋਂ ਰੋਜੀ ਰੋਟੀ ਦਾ ਸਵਾਲ ਆਉਂਦਾ ਹੈ, ਫਿਰ ਕਥਾ ਵੀ ਰੋਜੀ ਰੋਟੀ ਦੇ ਮੁਤਾਬਕ ਹੀ ਹੋ ਜਾਂਦੀ ਹੈ। ਫਿਰ ਉਸ ਤਰ੍ਹਾਂ ਦੀ ਉਹ ਕਥਾ ਕਰਦਾ ਵੀ ਆਪਣੀ ਰੋਜੀ ਰੋਟੀ ਦਾ ਖਿਆਲ ਰੱਖਦਾ ਉਹ, ਵੀ ਇਹੋ ਜਿਹੀ ਕਥਾ ਨਹੀਂ ਕਰਨੀ ਜਿਹਦੇ ਨਾਲ ਰੋਜੀ ਰੋਟੀ ਖਤਮ ਹੋ ਜੇ, ਲੋਕ ਪੈਸੇ ਨਾ ਦੇਣ, ਲੋਕ ਬੁਲਾਉਣ ਹੀ ਨਾ ਮੈਨੂੰ ਮੇਰੀ ਕਥਾ ਸੁਣ ਕੇ। ਉਹ ਫਿਰ ਉਸ ਤਰੀਕੇ ਦੀ ਕਥਾ ਕਰੂਗਾ, ਕਿਉਂਕਿ ਦੁਕਾਨਦਾਰ ਨੂੰ ਸੌਦਾ ਵੇਚਣ ਵਾਸਤੇ ਫਿਰ ਸੌਦਾ ਉਸ ਤਰ੍ਹਾਂ ਦਾ ਹੀ ਰੱਖਣਾ ਪੈਂਦਾ ਜਿਹੋ ਜਿਹਾ ਲੋਕ ਲੈਂਦੇ ਨੇ। ਫਿਰ ਲੋਕਾਂ ਦੇ ਮੁਤਾਬਕ ਕਥਾ ਹੁੰਦੀ, ਗੁਰੂ ਦੇ ਆਸ਼ੇ ਦੇ ਮੁਤਾਬਕ ਕਥਾ ਨਹੀਂ ਹੁੰਦੀ। ਗੁਰੂ ਦਾ ਆਸ਼ਾ ਛੱਡ ਦਿੰਦੇ। ਸਾਡਾ ਇੱਕ ਬਹੁਤ ਵੱਡਾ ਤਕੜਾ ਪ੍ਰਚਾਰਕ ਵਰਲਡ ਦੇ ਵਿੱਚ ਫੇਮਸ ਹੈ, ਉਹ ਆਪਣੇ ਉਸਤਾਦ ਜਿਨ੍ਹਾਂ ਨੂੰ ਕੋਲੋਂ ਪੜ੍ਹਿਆ ਪ੍ਰਿੰਸੀਪਲ ਕਾਲਜ ਦੇ ਕੋਲ ਚਲਾ ਗਿਆ, 1 ਲੱਖ ਰੁਪਏ ਦਾ ਚੈੱਕ ਲੈ ਗਿਆ। ਚਲੋ ਮੈਂ ਸਹਾਇਤਾ ਦੇ ਕੇ ਆਵਾਂ। ਕਿ ਜਦੋਂ ਜਾ ਕੇ ਉਹ ਪ੍ਰਿੰਸੀਪਲ ਜੀ ਨੂੰ ਮਿਲਿਆ ਤੇ ਕਿਹਾ ਜੀ ਮੈਂ ਸੇਵਾ ਲੈ ਕੇ ਆਇਆ। ਉਹ ਕਹਿੰਦਾ ਜੀ ਤੁਹਾਡੀ ਸੇਵਾ ਤੁਹਾਨੂੰ ਮੁਬਾਰਕ, ਤੁਸੀਂ ਆਪਣੇ ਕੋਲ ਰੱਖੋ। ਕਹਿੰਦੇ ਜਿਹੜਾ ਮੈਂ ਤੈਨੂੰ ਪੜ੍ਹਾਇਆ ਸੀ
ਉਹ ਤਾਂ ਤੂੰ ਦੱਸਦਾ ਹੀ ਨਹੀਂ ਕਿਸੇ ਨੂੰ, ਤੂੰ ਤਾਂ ਆਪਣਾ ਹੀ ਸਾਰਾ ਕੁਝ ਬਣਾ ਲਿਆ। ਠੀਕ ਹੈ, ਵਡਿਆਈ ਤੁਹਾਨੂੰ ਲੋਕਾਂ ਦੀ ਮਿਲ ਰਹੀ ਹੈ, ਆਪਣੇ ਕੋਲ ਰੱਖੋ, ਪੈਸੇ ਕਮਾਓ, ਪਰ ਮੈਨੂੰ ਤੇਰੇ ਚੈੱਕ ਦੀ ਲੋੜ ਨਹੀਂ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮੈਂ ਸਿਧਾਂਤ ਨੂੰ ਪਿਆਰ ਕਰਨ ਵਾਲਾ ਬੰਦਾ, ਜਿਹਨੇ ਸਿਧਾਂਤ ਛੱਡਤਾ ਮੇਰੇ ਲਈ ਤੂੰ ਕੁਝ ਵੀ ਨਹੀਂ ਹੈ। ਲੋਕਾਂ ਲਈ ਲੱਖ ਦੇਵਾਂਗਾ, ਮੇਰੇ ਲਈ ਕੱਖ ਦਾ ਨਹੀਂ ਹੈ। ਕਿਉਂ? ਤੂੰ ਸਿਧਾਂਤ ਛੱਡਤਾ, ਆਸ਼ਾ ਛੱਡਤਾ। ਤੈਨੂੰ ਕਿਸ ਵਾਸਤੇ ਪੜ੍ਹਾਇਆ ਸੀ, ਕੀ ਦੱਸਿਆ ਸੀ ਤੈਨੂੰ, ਉਹ ਤੂੰ ਸਾਰੇ ਛੱਡ ਗਿਆ। ਹੁਣ ਜੇ ਉਹ ਸਿਧਾਂਤ ਨੂੰ ਲੈ ਕੇ ਚੱਲਦਾ ਹੈ, ਰੋਜੀ ਰੋਟੀ ਨਹੀਂ ਚੱਲਦੀ ਹੈ। ਸਿਧਾਂਤ ਵਾਲੇ ਨੂੰ ਰੋਜੀ ਰੋਟੀ ਨਹੀਂ ਮਿਲਦੀ। ਉਹ ਫਿਰ ਜਿਹੜੀ ਦੁਨਿਆਵੀ ਐਸ਼ ਹੈ ਉਹ ਨਹੀਂ ਉਹਨੂੰ ਮਿਲਦੀ। 50 ਲੱਖ ਦਾ ਬੰਗਲਾ ਖਰੀਦਣਾ ਹੈ, 40 ਲੱਖ ਦੀ ਗੱਡੀ ਰੱਖਣੀ ਹੈ, ਫਿਰ ਉਹ ਨਹੀਂ ਹੋ ਸਕਦਾ ਕਰੋੜਾਂ ਵਾਲਾ ਕੰਮ। ਫਿਰ ਦਾਲ ਹੀ ਮਿਲੂਗੀ ਸ਼ਾਮ ਨੂੰ ਪ੍ਰਸ਼ਾਦਿਆਂ ਨਾਲ। ਜੇ ਉਹ ਆਸ਼ਾ ਲੈ ਕੇ ਸਿਧਾਂਤ ਨੂੰ ਲੈ ਕੇ ਚੱਲਦਾ ਤੇ ਕੋਈ ਪੁੱਛਦਾ ਹੀ ਨਹੀਂ ਹੈ, ਕੋਈ ਨਹੀਂ ਪੁੱਛਦਾ। ਸਿਧਾਂਤ ਛੱਡਤਾ ਤੇ ਦੁਨੀਆ ਦੇ ਵਿੱਚ ਬੱਲੇ ਬੱਲੇ ਹੋ ਗਈ। ਪਰ ਗੁਰਮੁਖੋ, ਜ਼ਿੰਦਗੀ ਜਿਹੜੀ ਹੈ ਉਹ ਸਿਧਾਂਤਾਂ ਨਾਲੋਂ ਪਿਆਰੀ ਨਹੀਂ ਹੈ। ਇਹਦਾ ਭਾਵ ਜ਼ਿੰਦਗੀ ਦੀ ਕੋਈ ਵੈਲਿਊ ਨਹੀਂ ਹੈ ਜੇ ਆਪਾਂ ਸਿਧਾਂਤ ਛੱਡਤਾ। ਸਿਧਾਂਤ ਕੋਲ ਹੈ, ਮਰ ਜਾਓਗੇ, ਦੁਨੀਆ ਮਾਰ ਦੂਗੀ ਬੱਟੇ ਮਾਰ ਮਾਰ ਕੇ, ਤਾਂ ਵੀ ਬੱਲੇ ਬੱਲੇ ਹੋ ਜਾਊਗੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਿਧਾਂਤ ਨਹੀਂ ਛੱਡਿਆ। ਜ਼ਿੰਦਗੀ ਜਿਹੜੀ ਹੈ ਉਹ ਸਿਧਾਂਤ ਨਾਲੋਂ ਪਿਆਰੀ ਨਹੀਂ ਹੈ। ਆਪਣੇ ਕੋਈ ਸਿਧਾਂਤ ਨੇ, ਆਪਾਂ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਦੇ, ਕੋਈ ਵੀ ਨਹੀਂ ਕਰਦਾ। ਜਿੰਨਾ ਮਰਜ਼ੀ ਆਪਣਾ ਨੇੜੇ ਦਾ ਰਿਸ਼ਤੇਦਾਰ ਹੋਵੇ, ਆਪਾਂ ਕਹਿੰਦੇ ਵੀ ਸਾਡੇ ਪਰਿਵਾਰ ਦੇ ਨਿਯਮ ਨੇ ਬਈ, ਇਹਦੇ 'ਚ ਇੰਟਰਫੇਅਰ ਨਾ ਤੁਸੀਂ ਕਰਿਓ। ਇਹ ਜ਼ਿੰਦਗੀ ਹੈ। ਜ਼ਿੰਦਗੀ ਸਿਧਾਂਤ ਤੋਂ ਉੱਪਰ ਨਹੀਂ ਹੈ, ਸਿਧਾਂਤ ਹੈ। ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਕਿ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਬਾਬੇ ਸ੍ਰੀ ਚੰਦ ਨੂੰ ਗਲੇ ਥੋੜੀ ਲਾਇਆ। ਕਹਿੰਦੇ ਸਿਧਾਂਤ ਨੂੰ ਨਹੀਂ ਮੰਨਦਾ ਨਾ। ਬਾਬਾ ਰਾਮ ਰਾਏ ਸਿਧਾਂਤ ਨੂੰ ਨਹੀਂ ਮੰਨਦਾ, ਸਿਧਾਂਤ ਤੋਂ ਥਿੜਕ ਗਿਆ, ਕਹਿਤਾ ਮੇਰੇ ਮੱਥੇ ਨਾ ਲੱਗੀ। ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਸਿਧਾਂਤ ਦੀ ਵੈਲਿਊ ਹੈ, ਜ਼ਿੰਦਗੀ ਦੀ ਕੋਈ ਵੈਲਿਊ ਨਹੀਂ ਹੈ। ਇੱਥੇ ਜ਼ਿੰਦਗੀ ਤਾਂ ਕੁਰਬਾਨ ਕਰ ਦਿੱਤੀ ਜਾਂਦੀ ਹੈ, ਲੇਕਿਨ ਸਿਧਾਂਤ ਨੂੰ ਉੱਚਾ ਰੱਖਣਾ। ਹੁਣ ਉਹ ਸਿਧਾਂਤ ਨਹੀਂ ਹੈ ਉੱਥੇ। ਪੰਡਤ ਜੀ ਦੇ ਕੋਲ, ਸਤਿਗੁਰਾਂ ਜੀ ਦੇ ਕੋਲ ਸਿਧਾਂਤ ਹੈ। ਕਹਿੰਦੇ ਵੀ ਪੰਡਤ ਜੀ ਐਸੀ ਕਥਾ ਨਹੀਂ ਕਰ ਸਕਦੇ ਜਿਹੋ ਜਿਹੇ ਸੁੰਦਰ ਬਚਨ, ਮਿਠਾਸ ਵਾਲੇ ਸੱਚੇ ਬਚਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ। ਚੌਪਈ ਇਹ ਬਾਲ ਕੈਸੇ ਬਚ ਬੋਲ ਹੈ। ਕਹਿੰਦੇ ਵੀ ਕਿਸ ਤਰ੍ਹਾਂ ਦੇ ਬਚਨ ਬੋਲਦਾ ਹੈ ਇਹ ਬੱਚਾ। ਇਹਦੀ ਉਮਰ ਦੇ ਮੁਤਾਬਕ ਇਹਦੇ ਬਚਨ ਬੜੇ ਉੱਚੇ ਨੇ, ਆਸ਼ਾ ਬੜਾ ਉੱਚਾ ਬਚਨਾਂ ਦੇ ਵਿੱਚ। ਇੰਨਾ ਕਿੰਨਾ ਕੁ ਤਜਰਬਾ ਇਹਦਾ, ਹਲੇ ਤਾਂ ਬੱਚਾ ਹੀ ਆ, ਬੱਚਿਆਂ 'ਚ ਖੇਡਦਾ। ਬੜੇ ਉੱਚੇ ਬਚਨ ਹਨ। ਬਾਲ ਬੈਸ ਹੈ ਬੋਲ ਅਮੁੱਲ ਹੈ। ਕਹਿਣ ਲੱਗੇ ਬਾਲ ਬੈਸ ਹੈ ਬੋਲ ਅਮੁੱਲ ਹੈ। ਉਮਰ ਤਾਂ ਛੋਟੀ ਹੈ ਪਰ ਬਚਨ ਜਿਹੜੇ ਹਨ ਉਹ ਅਮੋਲਕ ਨੇ। ਬਚਨਾਂ ਦੀ ਕੋਈ ਕੀਮਤ ਨਹੀਂ ਹੈ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਬਚਨ ਬੜੇ ਅਮੋਲਕ ਹਨ। ਚੰਦ ਬਦਨ ਤੇ ਸੁਧਾ ਸਮਾਨੀ। ਜਿਵੇਂ ਕਹਿੰਦੇ ਹਨ ਵੀ ਚੰਦਰਮਾ ਦੇ ਵਿੱਚੋਂ ਕਿਰਨਾਂ ਹੁੰਦੀਆਂ ਨੇ ਨਾ, ਇਸ ਤਰ੍ਹਾਂ ਇਹਨਾਂ ਦਾ ਮੁਖ ਚੰਦਰਮਾ ਦੀ ਨਿਆਈ ਹੈ ਤੇ ਅੰਮ੍ਰਿਤ ਦੇ ਸਮਾਨ ਕਿਰਨਾਂ ਬਚਨ ਹਨ। ਸ਼ਰੁਤ ਦਰਪਾਨਦ ਬੋਲਤ ਬਾਨੀ। ਇਹ ਜਿਹੜੇ ਅੱਗੇ ਬੈਠੇ ਸੁਣਦੇ ਨੇ ਨਾ, ਉਹ ਕੰਨਾਂ ਦੇ ਰਾਹੀਂ ਫੇਰ ਇਸ ਰਸ ਨੂੰ ਪੀਂਦੇ ਹਨ। ਲੱਗੀ ਸਿਸਨ ਕੀ ਪ੍ਰੀਤ ਕਨੇਰੀ। ਬਹੁਤ ਪਿਆਰ ਬਣਿਆ ਹੋਇਆ ਹੈ ਬੱਚਿਆਂ ਦਾ। ਸਿਸਨ ਨਾਮ ਹੈ ਬੱਚਿਆਂ ਦਾ। ਹਰ ਇੱਕ ਬੱਚੇ ਦਾ ਬੜਾ ਪਿਆਰ ਬਣਿਆ ਹੋਇਆ ਸਤਿਗੁਰਾਂ ਜੀ ਦੇ ਨਾਲ। ਸੰਗ ਨ ਤਜ ਹੈ ਰਹਿ ਮੁਖ ਹੇਰੀ। ਸੰਗ ਨਹੀਂ ਛੱਡਦੇ, ਸਤਿਗੁਰਾਂ ਜੀ ਦੇ ਮੁਖ ਵੱਲ ਵੇਖਦੇ ਰਹਿੰਦੇ ਹਨ। ਸਦਨ ਆਏ ਜਬ ਦੀਨਾ ਨਾਥੂ। ਜਿਸ ਵਕਤ ਸਤਿਗੁਰੂ ਜੀ ਘਰੇ ਆਉਂਦੇ ਨੇ, ਜਿਸ ਨਹਿ ਤਜ ਹੈ ਰਹਿਤ ਸਾਥੂ। ਬੱਚੇ ਸਾਥ ਨਹੀਂ ਛੱਡਦੇ, ਘਰੇ ਵੀ ਨਾਲੇ ਆ ਜਾਂਦੇ ਹਨ। ਬਾਹਰ ਚਲਤਿਓ ਸੰਗ ਸਿਧਾਰ ਹੈ। ਜੇ ਸਤਿਗੁਰੂ ਜੀ ਬਾਹਰ ਜਾਂਦੇ ਤਾਂ ਬੱਚੇ ਵੀ ਨਾਲ ਹੀ ਜਾਂਦੇ ਨੇ। ਇਸ ਵਿਧ ਨਿਤ ਪ੍ਰਾਤ ਸੁਖਦ ਬਿਹਾਰ ਹੈ। ਇਸ ਤਰ੍ਹਾਂ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਆਪਣਾ ਜੀਵਨ ਗੁਜ਼ਾਰਦੇ ਹਨ।
ਤਲਵੰਡੀ ਦੀ ਧਰਤੀ ਨੂੰ ਭਾਗ ਲਾ ਰਹੇ ਨੇ। ਸਵੱਛ ਬਛ ਛੇ ਮੋਚਿਤ ਬਾਲਾ। ਸ਼ੁੱਧ ਹਿਰਦੇ ਵਾਲੇ ਹੋ ਗਏ ਬੱਚੇ। ਬੱਚਾ ਵੈਸੇ ਹੀ ਸ਼ੁੱਧ ਹਿਰਦੇ ਵਾਲਾ ਹੁੰਦਾ ਹੈ, ਪਰ ਬਚਨ ਸੁਣ ਕੇ ਉਹ ਯੋਗ ਹੋ ਗਏ ਹਨ। ਛੇਮ ਉਚਿਤ, ਮੁਕਤੀ ਦੇ ਯੋਗ ਹੋ ਗਏ ਜਿਹੜੇ ਸਤਿਗੁਰਾਂ ਜੀ ਦੇ ਸੰਗੀ ਬੱਚੇ ਹਨ। ਕਰੇ ਕਿਤੇ ਜੋ ਦੀਨ ਦਿਆਲਾ। ਕਿੰਨੇ ਹੀ ਦੀਨਾਂ ਉੱਤੇ ਦਇਆ ਕਰਨ ਵਾਲੇ ਸਤਿਗੁਰਾਂ ਜੀ ਨੇ ਬਣਾ ਤੇ ਮੁਕਤੀ ਦੇ ਯੋਗ। ਦੋਹਰਾ ਲੀਲਾ ਬਾਲਕ ਖੇਲ ਕੀ, ਸਲੰਕਾਰ ਸਬਲਾਸ। ਇਹ ਜਿਹੜੀ ਸਤਿਗੁਰਾਂ ਜੀ ਦੀ ਬਾਲ ਲੀਲਾ ਹੈ ਜੋ ਬੱਚਿਆਂ ਦੇ ਨਾਲ ਖੇਡਦੇ, ਇਹ ਸਲੰਕਾਰ ਅਲੰਕਾਰਾਂ ਦੇ ਸਮੇਤ ਸਭ ਵਿਲਾਸ ਆਨੰਦ ਦੇ ਸਮੇਤ। ਜੋ ਸਿੱਖ ਧਰਹਿ ਧਿਆਨ ਕੋ, ਦੇ ਸਤਿਗੁਰ ਸੁਖ ਰਾਸ। ਸਤਿਗੁਰੂ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇਹ ਸਰੂਪ ਜਿਹੜਾ ਸਤਿਗੁਰਾਂ ਜੀ ਨਾ, ਜਿਹੜੀ ਆਪਾਂ ਕਥਾ ਸੁਣੀ ਹੈ ਨਾ, ਇਹਨੂੰ ਧਿਆਨ 'ਚ ਧਰ ਲਓ। ਕਹਿੰਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜੂਗੀ। ਧਿਆਨ ਬਣਾਓ, ਤਲਵੰਡੀ ਦੀ ਧਰਤੀ, ਪਿੱਪਲ ਦੇ ਥੱਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੈਠੇ ਨੇ ਤੇ ਆਲੇ ਦੁਆਲੇ ਬੈਠੇ ਬੱਚੇ ਸਤਿਗੁਰਾਂ ਜੀ ਦੇ ਕੋਲੋਂ ਕਥਾ ਸੁਣ ਰਹੇ ਆ। ਧਿਆਨ ਬਣਾਓ, ਆਨੰਦ ਬਣ ਜਾਏਗਾ, ਰਸ ਬਣ ਜਾਏਗਾ ਤੇ ਸਾਡਾ ਭਾਵ ਜਲ ਸੰਸਾਰ ਤੋਂ ਪਾਰ ਉਤਾਰਾ ਹੋ ਜਾਣਾ ਹੈ। ਕਿਸੇ ਵੀ ਸਰੂਪ ਦੇ ਧਿਆਨ ਧਰ ਲਓ। ਸਰੂਪ ਜਿਹੜਾ ਹੈ ਉਹ ਕੋਈ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਇਹਨੂੰ ਥਾਂ ਨਹੀਂ ਮਿਲੀ ਕੋਈ। ਸਾਡੇ ਕੀਰਤਨ ਦੀ ਪੂਜਾ ਨਹੀਂ ਹੈ, ਕਰਤੇ ਦੀ ਪੂਜਾ ਹੈ ਪ੍ਰਮਾਤਮਾ ਨੂੰ। ਕੀਰਤਨ ਹੈ ਵੀ ਸਾਰੀ ਰਚਨਾ ਹੀ ਪ੍ਰਮਾਤਮਾ ਦੀ ਰਚੀ ਹੋਈ ਹੈ, ਕਿਹਦੇ ਵਿੱਚ ਨਹੀਂ ਹੈ ਉਹ। ਕਿਹਨੂੰ ਛੱਡੋਗੇ, ਕਿਹਨੂੰ ਮੰਨੋਗੇ, ਇਸ ਕਰਕੇ ਇਹ ਦੁਬਿਧਾ ਪੈਦਾ ਕਰੇਗੀ। ਸਰੂਪ ਦਾ ਧਿਆਨ ਧਰਨਾ ਹੈ। ਸਰੂਪ ਸਤਿਗੁਰਾਂ ਜੀ ਦੇ ਗੁਣਾਂ ਦੇ ਰਾਹੀਂ। ਜਪਜੀ ਸਾਹਿਬ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਦਰਸ਼ਨ ਹੈ। ਜਾਪ ਸਾਹਿਬ ਦੀ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਦਰਸ਼ਨ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਨੰਦ ਸਾਹਿਬ ਦੀ ਬਾਣੀ ਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰ ਲਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਹੈ ਤੇ ਗੁਰੂ ਬਾਣੀ ਹੈ। ਗੁਰੂ ਦਾ ਸ਼ਬਦ ਹੀ ਗੁਰੂ ਦਾ ਸਰੂਪ ਹੈ। ਸਾਡੇ ਇਹ ਫੋਟੋਆਂ ਜਿਹੜੀਆਂ ਰੱਖਣੀਆਂ ਨੇ, ਇਹਦਾ ਪ੍ਰਚਾਰ ਕਰਨਾ ਸਾਡੇ ਮੱਤ ਦਾ ਹਿੱਸਾ ਨਹੀਂ ਹੈ। ਗੁਰੂ ਨਾਨਕ ਦੇ ਘਰ ਦੇ ਮੱਤ ਦਾ ਹਿੱਸਾ ਨਹੀਂ ਹੈ। ਫੋਟੋਆਂ ਪੂਜਣੀਆਂ, ਫੋਟੋਆਂ ਰੱਖਣੀਆਂ ਨਾ। ਇਹ ਤਾਂ ਗੁਰ ਮੂਰਤ ਗੁਰ ਸ਼ਬਦ ਹੈ। ਗੁਰੂ ਦਾ ਸ਼ਬਦ ਹੀ ਸਤਿਗੁਰਾਂ ਜੀ ਦੀ ਮੂਰਤ ਹੈ ਭਾਈ। ਸ਼ਬਦ ਨੂੰ ਹੀ ਆਪਣੇ ਹਿਰਦੇ 'ਚ ਵਸਾਉਣਾ। ਇਹ ਸਾਡਾ ਮਤ ਨਹੀਂ ਹੈ ਮੂਰਤਾਂ ਬਣਾਉਣੀਆਂ, ਫੋਟੋਆਂ ਬਣਾਉਣੀਆਂ, ਰੱਖਣੀਆਂ, ਉਹਨਾਂ ਦੀ ਪੂਜਾ ਕਰਨੀ ਨਾ। ਤੇ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਨੂੰ ਚੁੱਕੀ ਫਿਰਨਾ ਜਾਂ ਕਿਸੇ ਦੀ ਵੀ ਫੋਟੋ ਚੁੱਕੀ ਫਿਰਨਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਾਂ ਬਾਪੂ ਦੀ ਫੋਟੋ ਕਿਉਂ ਲਾਈ ਵੀ ਹੈ ਘਰ ਦੇ ਵਿੱਚ? ਜਿਹੜਾ ਦੇਖਦਾ ਉਹ ਥੱਲੇ ਪੜ੍ਹ ਲੈਂਦਾ ਵੀ ਬਾਪੂ ਇੰਨੇ ਸੰਨ 'ਚ ਚੜ੍ਹਾਈ ਕਰ ਗਿਆ, ਹਨਾ ਜੀ। ਤਾਂ ਹੀ ਲਾਈ ਨਾ ਫੋਟੋ ਬਾਪੂ ਦੀ, ਵੀ ਬਾਪੂ ਬੇਬੇ ਹੈ ਨਹੀਂ ਘਰ 'ਚ ਫੋਟੋ ਲਾਈ। ਆਪਾਂ ਨੇ ਆਪਣੀ ਤੇ ਨਾ ਲਾਈ, ਆਪਾਂ ਬੈਠੇ ਹਾਂ ਘਰ ਦੇ ਵਿੱਚ। ਜਿਹੜੇ ਚਲੇ ਗਏ ਉਹਨਾਂ ਦੀ ਫੋਟੋ ਲਾ ਲਈ ਵੀ ਇਹ ਚਲੇ ਗਏ। ਹੁਣ ਗੁਰੂ ਤਾਂ ਕਿਤੇ ਗਿਆ ਨਹੀਂ ਨਾ, ਗੁਰੂ ਤਾਂ ਬੈਠੇ ਆ। ਫਿਰ ਗੁਰੂ ਦੇ ਹੁੰਦਿਆਂ ਹੋਇਆਂ ਕਿਹੜੇ ਗੁਰੂ ਦੀ ਫੋਟੋ ਲਾਉਂਗੇ ਤੁਸੀਂ ਵੀ ਇਹ ਗੁਰੂ ਚਲਾ ਗਿਆ? ਤਾਂ ਗੁਰੂ ਤਾਂ ਬੈਠੇ ਆ, ਗੁਰੂ ਤਾਂ ਗਿਆ ਹੀ ਨਹੀਂ ਕਿਤੇ। ਹੁਣ ਜਿਹੜਾ ਗਿਆ ਹੀ ਨਹੀਂ, ਫਿਰ ਉਹਦੀ ਮੂਰਤੀ, ਉਹਦੀ ਫੋਟੋ ਨਹੀਂ ਲਾਉਣੀ ਚਾਹੀਦੀ। ਬੇਅਦਬੀ ਹੈ ਇਹ। ਜਾਂ ਕਰਕੇ ਵੇਖ ਲਓ, ਆ ਸਟੈਟੂ ਮਿਲ ਜਾਂਦੇ ਆ, ਉਹਨੂੰ ਬਣ ਜਾਂਦੇ ਆ। ਬਾਪੂ ਦਾ ਸਟੈਟੂ ਬਣਾ ਕੇ ਬਾਪੂ ਦੇ ਕੋਲ ਰੱਖ ਲਿਓ। ਡਾਂਗ ਫਿਰੂਗੀ ਵੀ ਤੂੰ ਮੈਨੂੰ ਜਿਉਂਦੇ ਨੂੰ ਮਾਰੀ ਜਾਂਦਾ। ਗੱਜ ਕੇ ਆਖੋ ਸਤਿਨਾਮ ਸ੍ਰੀ। ਵੀ ਜਦ ਮੈਂ ਬੈਠਿਆ ਮੇਰਾ ਸਟੈਟੂ ਕਾਹਤੇ ਬਣਾਇਆ ਤੁਸੀਂ? ਤੁਸੀਂ ਮੈਨੂੰ ਜਿਉਂਦੇ ਨੂੰ ਮਾਰਦੇ ਹੋ। ਅੱਜ ਹੀ ਤਜਰਬਾ ਕਰ ਲਿਓ, ਕੱਲ ਨੂੰ ਕਰ ਲਿਓ। ਇਹ ਬਾਪੂ ਦੇ ਕੋਲ ਸਟੈਟੂ ਰੱਖ ਦਿਓ ਲਾ ਕੇ, ਤੇ ਨਾਲੇ ਫਿਰ ਉਹਦੇ ਅੱਗੇ ਰੋਟੀ ਰੱਖ ਦਿਆ ਕਰੋ ਵੀ ਬਾਪੂ ਜੀ ਛਕ ਲਓ, ਤੇ ਬਾਪੂ ਨੂੰ ਨਾ ਦਿਓ, ਪਤਾ ਲੱਗ ਜੂਗਾ ਵੀ ਬਾਪੂ ਨੂੰ ਰੋਟੀ ਮਿਲ ਗਈ ਮੂਰਤੀਆਂ ਦੇ ਅੱਗੇ ਰੱਖ ਕੇ। ਸੋ ਗੁਰਮੁਖੋ, ਸਾਡਾ ਇਹ ਮਤ ਨਹੀਂ ਹੈ ਕਿਸੇ ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜ ਹੈ ਉਹਨਾਂ ਦੀ ਕੋਈ ਮੂਰਤੀ ਨਹੀਂ ਹੋਣੀ ਚਾਹੀਦੀ। ਬਾਣੀ ਜਦੋਂ ਹੈਗੀ ਬੈਠੇ ਨੇ,
ਕੀ ਪੁੱਛਣਾ ਭਗਤ ਰਵਿਦਾਸ ਜੀ ਨੂੰ, ਕੀ ਪੁੱਛਣਾ ਕਬੀਰ ਸਾਹਿਬ ਜੀ ਨੂੰ? ਕਿਹੜੀ ਗੱਲ ਕਰਨੀ ਤੁਸੀਂ ਆ ਕੇ ਕਰ ਲਓ, ਬੈਠੇ ਆ ਉਹ, ਜਦੋਂ ਮਰਜ਼ੀ ਮਿਲ ਲਓ, 24 ਘੰਟੇ ਆਨਲਾਈਨ ਨੇ, ਆ ਕੇ ਗੱਲ ਕਰ ਲਓ। ਸਾਨੂੰ ਮੂਰਤੀਆਂ ਚੋਂ ਕੀ ਮਿਲਣਾ ਗੁਰਮੁਖੋ? ਇਸ ਲਈ ਗੁਰੂ ਪਾਤਸ਼ਾਹ ਜੀ ਦੇ ਗੁਣਾਂ ਦੇ ਰਾਹੀਂ ਗੁਰੂ ਨੂੰ ਯਾਦ ਕਰਨਾ ਪਾਰੋ ਤਾਰਾ ਹੋ ਜਾਂਦਾ ਹੈ। ਸ਼੍ਰੀ ਬਾਲਾ ਸੰਧਰ ਵਾਚ ਚਿਤ੍ਰਪਦਾ ਛੰਦ, ਯਾ ਬਿਦ ਖੇਲਤ ਬਾਲਕ ਸੋ ਮਿਲ, ਬੋਲਤ ਬੋਲ ਬਿਲਾਸ ਬਿਸਾਲ। ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬੱਚਿਆਂ ਦੇ ਨਾਲ ਖੇਡਦੇ ਹਨ, ਉਹਨਾਂ ਦੇ ਨਾਲ ਬੋਲਦੇ ਨੇ, ਬਿਲਾਸ ਬਿਸਾਲ ਬੜਾ ਆਨੰਦ ਬਖਸ਼ਦੇ ਹਨ। ਭੂਖਤ ਭੂਖਨ ਸੋਬਨ ਦੁਖਨ, ਖੋਤ ਕਲੂਖਨ ਦੀਨ ਦਿਆਲ। ਗੁਰੂ ਪਾਤਸ਼ਾਹ ਜੀ ਦੇ ਗਹਿਣੇ ਪਾਏ ਹੋਏ ਹਨ, ਜਿਹੜੇ ਬਿਨਾਂ ਛੇਦਨ ਤੋਂ ਹੁੰਦੇ ਹਨ, ਉਹਨਾਂ ਨੂੰ ਖੇਡਦੇ ਦੌੜਦੇ, ਉਹਨਾਂ ਦੀ ਆਵਾਜ਼ ਜਿਹੜੇ ਸੁਣਦੇ ਨੇ ਨਾ, ਦੀਨਾਂ ਤੇ ਦਇਆ ਕਰਨ ਵਾਲੇ, ਸਾਰੇ ਪਾਪਾਂ ਨੂੰ ਨਾਸ ਕਰਨ ਵਾਲੇ ਹਨ। ਪੂਰਬ ਦੁਖ ਦੁਖਨ ਮੈਂ, ਤਰ ਰੂਖਨ ਕੇ ਕਬ ਰਾਜਤ ਸਾਲ। ਗੁਰੂ ਪਾਤਸ਼ਾਹ ਜੀ ਪੂਰਬ ਦੁਖ ਬਦੂਖਨ ਮੈਂ, ਜਿਵੇਂ ਕਹਿੰਦੇ ਬਹੁਤ ਸਾਰੇ ਪੰਡਤਾਂ ਦੇ ਵਿੱਚ ਨਾ ਕੋਈ ਭਾਰੀ ਪੰਡਤ ਹੋਇਆ ਕਰਦਾ, ਇਸ ਤਰ੍ਹਾਂ ਦਰਖਤ ਦੇ ਥੱਲੇ ਸਤਿਗੁਰੂ ਜੀ ਬੈਠਦੇ ਨੇ। ਬਾਲ ਰਹੇ ਅਲ ਬਾਲਤ ਜਾਲ, ਬਿਲੋਕਤ ਲੋਚਨ ਹੋਤ ਨਿਹਾਲ। ਬੱਚੇ ਜਿਹੜੇ ਹਨ ਉਹ ਸਤਿਗੁਰਾਂ ਜੀ ਦੇ ਆਲੇ ਦੁਆਲੇ ਬੈਠਦੇ ਨੇ, ਔਰ ਸਤਿਗੁਰਾਂ ਜੀ ਵੱਲ ਨੇਤਰ ਲਾ ਕੇ ਵੇਖਦੇ ਰਹਿੰਦੇ ਨੇ, ਕੰਨ ਲਾ ਕੇ ਸੁਣਦੇ ਰਹਿੰਦੇ ਨੇ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ। ਮਰ ਹਰੀ ਛੰਦ, ਹੇਰਤ ਸੁਤ ਕਾਲੂ ਹਰਖ ਬਿਸਾਲੂ। ਜਦੋਂ ਪਿਤਾ ਕਾਲੂ ਜੀ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵੇਖਦੇ ਨੇ ਨਾ, ਫਿਰ ਖੁਸ਼ ਬੜੇ ਹੁੰਦੇ, ਕਿਉਂਕਿ ਸਾਰੇ ਉਸਤਤ ਕਰਦੇ ਨੇ, ਜਿੱਧਰ ਨੂੰ ਵੀ ਜਾਂਦੇ ਵੀ, ਪਟਵਾਰੀ ਤੇਰਾ ਪੁੱਤਰ, ਕਾਲੂ ਜੀ ਤੁਹਾਡਾ ਪੁੱਤਰ, ਮਹਿਤਾ ਜੀ ਤੁਹਾਡਾ ਪੁੱਤਰ, ਸਾਰੇ ਪਾਸੇ। ਐਸਾ ਬੱਚਾ ਨਹੀਂ ਹੈ, ਅੱਜ ਤੱਕ ਸੁਣਿਆ ਹੀ ਨਹੀਂ ਵੀ ਕਿਸੇ ਦੇ ਹੋਇਆ ਹੋਵੇ ਇਸ ਤਰ੍ਹਾਂ ਦਾ ਬੱਚਾ, ਨਾ, ਕਿਉਂਕਿ ਉਹਦੇ ਵਰਗਾ ਹੈ ਹੀ ਨਹੀਂ ਕੋਈ, ਉਹ ਆਪ ਹੀ ਹੈ ਨਾ, ਉਹਦੇ ਵਰਗਾ ਉਹ ਆਪ ਹੀ ਹੈ, ਦੂਸਰਾ ਹੈ ਹੀ ਨਹੀਂ। ਬੜੇ ਖੁਸ਼ ਹੁੰਦੇ ਜਦੋਂ ਸਾਰੇ ਪਾਸੇ ਤੋਂ ਪਿਤਾ ਕਾਲੂ ਜੀ ਨੂੰ ਵਧਾਈਆਂ ਮਿਲਦੀਆਂ ਵੀ ਤੁਸੀਂ ਕਿੰਨੇ ਭਾਗਾਂ ਵਾਲੇ ਹੋ ਵੀ ਜਿਨ੍ਹਾਂ ਦੇ ਘਰੇ ਇਹੋ ਜਿਹੇ ਬੱਚੇ ਨੇ ਜਨਮ ਲਿਆ, ਬਹੁਤ ਭਾਗਾਂ ਵਾਲੇ। ਕਿਸੇ ਨੂੰ ਕੋਈ ਨਹੀਂ ਪਤਾ ਵੀ ਉਹ ਕੌਣ ਹੈ ਨਾ। ਬੜੀ ਖੁਸ਼ੀ ਹੁੰਦੀ ਹੈ ਪਿਤਾ ਜੀ ਨੂੰ ਜਦੋਂ ਸਾਰੇ ਪਾਸੇ ਤੋਂ ਵਧਾਈਆਂ ਮਿਲਦੀਆਂ, ਸਾਰੇ ਚੰਗਾ ਚੰਗਾ ਕਹਿੰਦੇ ਹਨ। ਪੜ੍ਹਨੋ ਚਿਤ ਮਨ ਜਾਨ। ਹੁਣ ਪਿਤਾ ਜੀ ਨੇ ਫਿਰ ਇੱਕ ਗੱਲ ਵਿਚਾਰੀ, ਕਹਿੰਦੇ ਵੀ ਇਹਦੀ ਉਮਰ ਦੇ ਹਿਸਾਬ ਨਾਲ ਨਾ ਹੁਣ ਇਹਨੂੰ ਪੜ੍ਹਨ ਦੇ ਯੋਗ ਹੈ, ਹੁਣ ਪੜ੍ਹਨ ਲਾਣਾ ਚਾਹੀਦਾ, ਕਿਉਂਕਿ ਉਮਰ ਹੈ ਪੜ੍ਹਨ ਦੀ। ਹਰ ਇੱਕ ਕੰਮ ਦੇ ਵਾਸਤੇ ਸਰੀਰ ਦੀ ਉਮਰ ਹੈ, ਤੇ ਹੁਣ ਇਹਨੂੰ ਪੜ੍ਹਨ ਲਾ ਦਈਏ। 6-7 ਸਾਲ ਦਾ ਬੱਚਾ ਹੋ ਜਾਂਦਾ ਤੇ ਉਦੋਂ ਪੜ੍ਹਨ ਦੀ ਗੱਲ ਸੋਚੀ ਜਾਂਦੀ ਸੀ, ਹੁਣ ਇਹਦੇ ਵਾਸਤੇ ਪੜ੍ਹਨਾ ਯੋਗ ਹੈ। ਹਮ ਕਾਜ ਵਿਸ਼ੇਖਾਂ ਸਿੱਖੈ ਲੇਖਾ। ਦੇਖੋ ਕਹਿੰਦੇ ਮੇਰਾ ਆਪਣਾ ਹੀ ਕੰਮ ਬਹੁਤ ਹੈ ਪੜ੍ਹਨ ਲਿਖਣ ਦਾ, ਪਟਵਾਰੀ ਦਾ ਜੋ ਕੰਮ ਹੋਇਆ ਸਾਰਾ ਹੀ ਪੜ੍ਹਨ ਲਿਖਣ ਦਾ, ਤੇ ਇਹ ਵੀ ਸਿੱਖ ਜਾਵੇਗਾ। ਬੈਸ ਅਬਹਿ ਪਹਿਚਾਨ। ਹੁਣ ਇਹਦੀ ਉਮਰ ਹੈ, ਹੁਣ ਸੌਖਾ ਇਹਦੇ ਵਾਸਤੇ ਪੜ੍ਹਨਾ ਲਿਖਣਾ। ਕਾਰੰਗ ਪਟਵਾਰੀ ਗ੍ਰਾਮ ਹੈ ਸਾਰੀ। ਕਿਉਂਕਿ ਸਾਰੇ ਪਿੰਡਾਂ ਦੀ ਕਾਰ ਜਿਹੜੀ ਹੈ ਉਹ ਮੇਰੇ ਕੋਲ ਹੈ। ਕਰਨੋ ਚਿਤ ਤਬ ਹੋਏ। ਤੇ ਇਹ ਪੜ੍ਹਨ ਦੇ ਯੋਗ ਪੜ੍ਹ ਗਿਆ ਤੇ ਫਿਰ ਇਹ ਵੀ ਪਟਵਾਰੀ ਦਾ ਕੰਮ ਕਰਨ ਦੇ ਯੋਗ ਹੋ ਜਾਏਗਾ। ਪਿਤਾ ਦੀ ਇੱਛਾ ਵੀ ਮੇਰਾ ਪੁੱਤਰ ਵੱਡਾ ਹੋ ਕੇ ਪਟਵਾਰੀ ਬਣੇ, ਕਿ ਮੈਂ ਵੀ ਪਟਵਾਰੀ, ਉਹ ਵੀ ਪਟਵਾਰੀ। ਡਾਕਟਰ ਕਹਿੰਦਾ ਮੇਰਾ ਪੁੱਤਰ ਡਾਕਟਰ ਹੀ ਬਣੇ, ਟੀਚਰ ਕਹਿੰਦਾ ਟੀਚਰ ਬਣੇ। ਸੋ ਇਸ ਤਰ੍ਹਾਂ ਪਿਤਾ ਜੀ ਦੀ ਇੱਛਾ ਹੈ ਵੀ ਮੇਰੇ ਦੀ ਤਰ੍ਹਾਂ ਪੜ੍ਹ ਲਿਖ ਕੇ ਮੇਰਾ ਪੁੱਤਰ ਪਟਵਾਰੀ ਲੱਗ ਜਾਵੇ। ਪਾਂਦੇ ਪਹਿ ਬੈਸੇ ਹੋ ਮਮ ਜੈਸੇ। ਜੇ ਇਹ ਪਾਂਦਾ ਜੀ ਦੇ ਕੋਲ ਜਾ ਕੇ ਬੈਠੂਗਾ, ਫਿਰ ਪਾਂਦਾ ਜੀ ਇਸ ਨੂੰ ਪੜ੍ਹਾਉਣਗੇ
ਤੇ ਪੜ੍ਹ ਕੇ ਫਿਰ ਮੇਰੇ ਵਰਗਾ ਹੋ ਜਾਵੇਗਾ। ਸੰਖਿਆ ਨਿਪੁੰਨੰ ਸੋਇ। ਕਿਉਂਕਿ ਪਟਵਾਰੀ ਦੇ ਕੰਮ ਦੇ ਵਿੱਚ ਜਿਹੜੀ ਗਿਣਤੀ ਹੈ ਨਾ, ਜਿਹੜਾ ਮੈਥ ਹੈ, ਇਹ ਜ਼ਿਆਦਾ ਕੰਮ ਆਉਂਦਾ ਹੈ। ਤੇ ਇਸ ਲਈ ਮੈਂ ਇਹਨੂੰ ਪੜ੍ਹਨ ਵਾਸਤੇ ਬਿਠਾਵਾਂ ਪਾਂਧਾ ਜੀ ਦੇ ਕੋਲ। ਬਹੁ ਗੁਣੀ ਅਲਾਵ ਹੈ ਸੁਤ ਨ ਪੜਾਵ ਹੈ। ਜਿਹੜੇ ਗੁਣੀ ਸਿਆਣੇ ਮਨੁੱਖ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਜੇ ਆਪਣੇ ਬੱਚਿਆਂ ਨੂੰ ਅਸੀਂ ਨਹੀਂ ਪੜ੍ਹਾਉਂਦੇ, ਸੋ ਸ਼ਤਰੂ ਸਮਤਾਤ। ਉਹ ਆਪਣੇ ਬੱਚਿਆਂ ਦੇ ਦੁਸ਼ਮਣ ਦੀ ਨਿਆਈ ਹੈ। ਜਿਹੜਾ ਬੱਚਿਆਂ ਨੂੰ ਸਮੇਂ ਤੇ ਵਿਦਿਆ ਨਹੀਂ ਪੜ੍ਹਾਉਂਦਾ, ਸ਼ੋਭਾ ਨਹਿ ਪਾਵ ਹੈ ਮਤ ਨਹਿ ਆਵ ਹੈ। ਮਤ ਆਉਂਦੀ ਨਹੀਂ ਹੈ, ਸੋਭਾ ਨਹੀਂ ਮਿਲਦੀ ਬਿਨਾਂ ਪੜ੍ਹਨ ਤੋਂ। ਜਗ ਮੈਂ ਇਹ ਬਖਿਆਤ। ਆਹ ਗੱਲ ਜਿਹੜੀ ਹੈ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੈ। ਪੜ੍ਹਾਈ ਕੋਈ ਇਹ ਨਹੀਂ ਵੀ ਰੁਜ਼ਗਾਰ ਦਾ ਹੀ ਵਿਸ਼ਾ ਹੁੰਦਾ ਹੈ ਵੀ ਆਪਾਂ ਪੜ੍ਹ ਕੇ ਨੌਕਰੀ ਲੱਗਣੀ। ਇਸ ਕਰਕੇ ਪੜ੍ਹੀਦਾ ਹੈ ਵੀ ਸਾਨੂੰ ਜਿਉਣ ਦੀ ਜਾਚ ਆ ਜਾਵੇ, ਸਾਨੂੰ ਸਮਝ ਆ ਜਾਵੇ। ਬਹੁਤ ਸਾਰੀਆਂ ਬੱਚੀਆਂ ਬਾਰੇ ਮੈਂ ਸੁਣਿਆ, ਕਹਿੰਦੇ ਵੀ ਸਾਡੀ ਬੱਚੀ ਕੋਈ ਨੌਕਰੀ ਤਾਂ ਨਹੀਂ ਕਰਦੀ ਹੈ, ਪੜ੍ਹੀ ਹੈਗੀ। ਉਹਦੇ ਪੜ੍ਹਨ ਕਰਕੇ, ਉਹਦੀ ਸਿਆਣੀ ਕਰਕੇ ਉਹਦਾ ਰਿਸ਼ਤਾ ਹੋਇਆ ਵੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦੇ ਨੌਕਰੀ ਅਸੀਂ ਕਰਾਉਣੀ ਹੋਣੀ, ਅਸੀਂ ਕਾਹਦੇ ਲਈ ਨੌਕਰੀ ਕਰਾਉਣੀ ਹੈ, ਸਾਡੇ ਕੋਲ ਬੜਾ ਪ੍ਰਮਾਤਮਾ ਨੇ ਦਿੱਤਾ ਹੋਇਆ ਹੈ। ਇਹ ਪੜ੍ਹਨਾ ਨੌਕਰੀ ਵਾਸਤੇ ਨਹੀਂ ਹੁੰਦਾ, ਸਮਝਣ ਵਾਸਤੇ ਵੀ ਹੁੰਦਾ। ਨੌਕਰੀ ਨੂੰ ਜੀਵਨ ਦੀ ਸਮਝ ਆਏ। ਪੜ੍ਹੇ ਲਿਖੇ ਦਾ ਫਰਕ ਹੁੰਦਾ ਹੈ, ਸੋਭਾ ਪਾਉਂਦਾ ਪੜ੍ਹਿਆ ਲਿਖਿਆ ਬੰਦਾ। ਸੋ ਇਸ ਤਰ੍ਹਾਂ ਜੇ ਹੁਣ ਮਾਤਾ ਪਿਤਾ ਪੁੱਤਰ ਨੂੰ ਨਹੀਂ ਪੜ੍ਹਾਉਂਦੇ ਤਾਂ ਉਹ ਦੁਸ਼ਮਣ ਦੇ ਸਮਾਨ ਨੇ। ਬਿਨਾਂ ਪੜ੍ਹੇ ਤੋਂ ਸੋਭਾ ਨਹੀਂ ਮਿਲਦੀ, ਮੱਤ ਨਹੀਂ ਆਉਂਦੀ। ਜਗ ਮੈਂ ਇਹ ਗੱਲ ਪ੍ਰਗਟ ਹੈ। ਨਹਿ ਦਰਬ ਘਟਾਉ ਭੋਰ ਸੁਭਾਉ। ਪੜ੍ਹੇ ਤੋਂ ਬਿਨਾਂ ਪੈਸੇ ਨਹੀਂ ਕਮਾ ਸਕਦਾ, ਸੁਭਾਅ ਪੱਖੋਂ ਵੀ ਭੋਲਾ ਰਹਿੰਦਾ ਹੈ। ਸਮਝ ਨਾ ਕੋ ਬਿਦ ਸੋਇ। ਉਹਨੂੰ ਕਿਸੇ ਵੀ ਤਰ੍ਹਾਂ ਸਮਝ ਨਹੀਂ ਆਉਂਦੀ। ਇਉ ਹਿਰਦੈ ਵਿਚਾਰਾ ਕਲਪਨ ਸਾਰਾ। ਇਸ ਤਰ੍ਹਾਂ ਵਿਚਾਰ ਕਰਦੇ ਪਿਤਾ ਜੀ ਤੇ ਸਵੇਰ ਦਾ ਸਮਾਂ ਹੋਇਆ। ਲੈ ਜਾਵੋ ਸੁਤ ਕੋਇ। ਕਹਿੰਦਾ ਸਵੇਰੇ ਹੁੰਦਿਆਂ ਹੀ ਮੈਂ ਆਪਣੇ ਪੁੱਤਰ ਨੂੰ ਲੈ ਜਾਵਾਂ। ਜਬ ਭੀ ਪ੍ਰਭਾਤਾ ਲੈ ਕਰ ਤਾਤਾ। ਜਿਸ ਵਕਤ ਸਵੇਰ ਦਾ ਸਮਾਂ ਹੋਇਆ ਤੇ ਆਪਣੇ ਪੁੱਤਰ ਨੂੰ ਕਰਿਆ ਤਿਆਰ। ਚਲਨੇ ਭਇਓ ਤਿਆਰ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜੇ ਆਪਣੇ ਪਿਤਾ ਦੇ ਨਾਲ ਸਕੂਲ ਨੂੰ, ਪਾਠਸ਼ਾਲਾ ਨੂੰ ਜਾਣ ਵਾਸਤੇ ਤਿਆਰ ਹੁੰਦੇ ਨੇ। ਜੋ ਸਤਿਗੁਰਾਂ ਜੀ ਨੇ ਪੜ੍ਹਿਆ, ਜੋ ਪੜ੍ਹਾਇਆ, ਉਹ ਆਪਾਂ ਅਗਲੇ ਪ੍ਰਕਰਣ ਦੇ ਵਿੱਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੂਤ ਪਾਰ ਬ੍ਰਹਮ ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰਿ ਹਰੇ ਹਾਇ ਪੀ ਹੋਵਨ ਹਾਰ। ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।